ਸਤਿ ਸ੍ਰੀ ਅਕਾਲ। ਮੈਂ ਦੀਪ ਜਗਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਜ਼ੋਰਦਾਰ ਟਾਈਮ। ਅੱਜ ਮੈਂ ਇੱਕ ਖਾਸ ਵਿਸ਼ੇ ਨੂੰ ਲੈ ਕੇ ਤੁਹਾਡੇ ਤੱਕ ਆਇਆ। ਇਹ ਵਿਸ਼ਾ ਹੈਗਾ ਆ ਡਰੱਗ ਸਾਇੰਟਿਸਟ ਦੇ ਨਾਲ ਜੁੜਿਆ ਹੋਇਆ। ਤੇ ਜਦੋਂ ਦੀ ਕੇਂਦਰ ਦੇ ਵਿੱਚ ਜੋ ਮੌਜੂਦਾ ਸਰਕਾਰ ਹੈ ਉਹ ਆਈ ਹੈ, ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਹੋ ਰਹੀਆਂ ਨੇ। ਹੁਣ ਸਿਰਫ ਬੋਲਣ ਵਾਲਿਆਂ ਦੀ ਆਵਾਜ਼ ਹੀ ਬੰਦ ਨਹੀਂ ਕੀਤੀ ਜਾ ਰਹੀ, ਲਿਖਣ ਵਾਲਿਆਂ ਦੀ ਆਵਾਜ਼ ਹੀ ਬੰਦ ਨਹੀਂ ਕੀਤੀ ਜਾ ਰਹੀ, ਸਿਨੇਮਾ ਦੀ ਆਵਾਜ਼ ਨਹੀਂ ਬੰਦ ਕੀਤੀ ਜਾ ਰਹੀ, ਥੀਏਟਰ ਦੀ ਹੀ ਆਵਾਜ਼ ਨਹੀਂ ਬੰਦ ਕੀਤੀ ਜਾ ਰਹੀ, ਬਲਕਿ ਹਰ ਉਹ ਖਿੱਤਾ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਆਮ ਲੋਕਾਂ ਦੀ ਭਲਾਈ ਦੇ ਨਾਲ ਜੁੜਿਆ ਹੋਇਆ ਹੈ, ਉਸ ਹਰ ਖਿੱਤੇ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਉਹਦੇ ਵਿੱਚ ਇੱਕ ਵਿਸ਼ਾ ਜਿਹੜਾ ਹੈਗਾ ਆ ਉਹ ਖੋਜ ਦਾ ਆ, ਵਿਗਿਆਨ ਦਾ ਵਿਸ਼ਾ ਆ। ਉਹ ਵਿਸ਼ਾ ਜਿਹੜਾ ਦਵਾਈਆਂ ਬਣਾਉਂਦਾ ਹੈ ਤੇ ਲੱਖਾਂ ਲੋਕਾਂ ਦੀ ਜਾਨ ਬਚਾਉਂਦਾ ਹੈਗਾ। ਅਸੀਂ ਪਿਛਲਾ ਕੁਝ ਸਮਾਂ ਜਿਹੜਾ ਹੈਗਾ ਆ ਉਹ ਇੱਕ ਘੋਰ ਨਿਰਾਸ਼ਾ ਦਾ ਦੌਰ ਲੰਘਾਇਆ ਆ, ਜਿਹਦੇ ਵਿੱਚ ਅਸੀਂ ਜਿਹੜਾ ਹੈ ਲੋਕਡਾਊਨ ਦੇਖਿਆ ਹੈਗਾ ਇੱਕ ਬਿਮਾਰੀ ਦੀ ਵਜ੍ਹਾ ਨਾਲ, ਇੱਕ ਨਿੱਕੇ ਜਿਹੇ ਵਾਇਰਸ ਦੀ ਵਜ੍ਹਾ ਨਾਲ। ਤੇ ਸਾਡੇ ਕੋਲੇ ਕੁਝ ਸਾਇੰਟਿਸਟ ਨੇ ਇਹੋ ਜਿਹੇ ਜਿਹੜੇ ਕਹਿੰਦੇ ਨੇ ਕਿ ਉਹ ਜਿਹੜੀਆਂ ਲੱਖਾਂ ਜਾਨਾਂ ਗਈਆਂ ਉਹ ਬਚਾਈਆਂ ਜਾ ਸਕਦੀਆਂ ਸੀ ਜੇਕਰ ਸਰਕਾਰ ਦੀਆਂ ਇਹ ਨੀਤੀਆਂ, ਜਿਨ੍ਹਾਂ ਬਾਰੇ ਅਸੀਂ ਇਸ ਇੰਟਰਵਿਊ ਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ, ਉਹ ਨਾ ਹੁੰਦੀਆਂ। ਸੋ ਨੀਤੀਆਂ ਕੀ ਨੇ, ਕਿਵੇਂ ਉਹ ਲੱਖਾਂ ਲੋਕਾਂ ਦੀ ਜਾਨ ਦੀ ਵਜ੍ਹਾ ਬਣ ਰਹੀਆਂ ਨੇ, ਕਿੱਦਾਂ ਉਹ ਲੱਖਾਂ ਜੀਵਾਂ ਦੀ ਜਾਨ ਦੀ ਵਜ੍ਹਾ ਬਣ ਰਹੀਆਂ ਨੇ, ਉਹ ਅਸੀਂ ਅੱਜ ਦੇ ਮਹਿਮਾਨ ਕੋਲੋਂ ਜਾਣਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਹੈਗੇ ਨੇ ਡਰੱਗ ਸਾਇੰਟਿਸਟ BS ਔਲਖ ਜੀ। ਤੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਲਖ ਸਾਹਿਬ ਜ਼ੋਰਦਾਰ ਟਾਈਮਸ ਤੇ। ਹਾਂ, ਧੰਨਵਾਦ। ਤੇ ਸਭ ਤੋਂ ਪਹਿਲਾਂ ਤੇ ਮੈਂ ਇਹੀ ਜਾਣਨਾ ਚਾਹੁੰਦਾ ਕਿ ਜਦੋਂ ਆਪਾਂ ਕੈਮਰੇ ਦੇ ਪਿੱਛੇ ਗੱਲ ਕਰ ਰਹੇ ਸੀ ਕਿ ਇੱਕ ਅਲੱਗ ਕਿਸਮ ਦਾ ਜਿਹੜਾ ਸਰਕਾਰ ਦਾ ਤਰੀਕਾ ਹੈਗਾ ਉਹ ਸ਼ੁਰੂ ਹੋਇਆ ਕੁਝ ਸਾਲਾਂ ਤੋਂ, ਜਿਹੜਾ ਵਿਗਿਆਨਕਾਂ ਦਾ ਗਲਾ ਘੁੱਟਣ ਦਾ ਜਿਹੜਾ ਜ਼ਰੀਆ ਬਣ ਗਿਆ, ਉਹ ਤਰੀਕਾ ਕੀ ਹੈ? ਦੇਖੋ ਜੀ, ਵਿਗਿਆਨਕਾਂ ਦਾ ਗਲਾ ਘੁੱਟਣ ਦਾ ਟ੍ਰੈਂਡ ਥੋੜੀ ਦੇਰ ਪਹਿਲਾਂ ਹੀ ਸ਼ੁਰੂ ਹੋਇਆ, ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਇਆ। ਵੈਸੇ ਅਗਰ ਅਸੀਂ ਇਤਿਹਾਸ ਵਿੱਚ ਜਾਈਏ ਤਾਂ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਵੀ ਵਿਗਿਆਨਕਾਂ ਦਾ ਗਲਾ ਘੁੱਟਿਆ ਗਿਆ ਸੀ। ਪਰ ਇਹ ਰਵਾਇਤ ਰਹੀ ਹੈ ਕਿ ਜਦੋਂ ਵੀ ਸਰਕਾਰਾਂ ਜਾਂ ਸਿਸਟਮ ਵਿਗਿਆਨ ਨਾਲ ਟਕਰਾਏ ਨੇ, ਤੇ ਇਹਨਾਂ ਸਰਕਾਰਾਂ ਨੇ ਤੇ ਇਸ ਸਿਸਟਮ ਨੇ ਮੂੰਹ ਦੀ ਖਾਧੀ ਆ ਤੇ ਵਿਗਿਆਨ ਹੀ ਜਿੱਤਿਆ। ਔਰ ਇਸ ਵਾਰ ਫਿਰ ਇੱਕ ਵਾਰ ਵਿਗਿਆਨ ਤੇ ਹਮਲਾ ਹੋਇਆ। ਦਵਾਈਆਂ ਦੀ ਖੋਜ ਕਰਨ ਦਾ ਅਧਿਕਾਰ ਵਿਗਿਆਨਕਾਂ ਕੋਲ ਖੋਲ੍ਹਿਆ ਗਿਆ। ਔਰ ਇਹ ਸਾਰਾ ਕੁਝ ਉਸ ਵਕਤ ਤੇ ਹੋਇਆ ਜਦੋਂ ਵਾਇਰਸ ਆਪਣਾ ਵਿਕਰਾਲ ਰੂਪ ਧਾਰਨ ਕਰ ਰਹੇ ਨੇ ਤੇ ਲੱਖਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ, ਪਸ਼ੂਆਂ ਦੀਆਂ ਜਾਨਾਂ ਜਾ ਰਹੀਆਂ ਨੇ। ਉਹ ਕਿਸਾਨੀ ਸੰਕਟ 'ਚ ਆ ਚੁੱਕੀ ਹੈ, ਸਾਰੀ ਦੁਨੀਆ ਸੰਕਟ 'ਚ ਆ ਚੁੱਕੀ ਹੈ। ਔਰ ਵਿਗਿਆਨਕਾਂ ਕੋਲੋਂ ਦਵਾਈਆਂ ਦੀ ਖੋਜ ਕਰਨ ਦਾ ਹੱਕ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ। ਇਹ ਮੰਦਭਾਗਾ ਹੈ। ਥੋੜਾ ਜਿਹਾ ਆਪਣਾ ਬੈਕਗ੍ਰਾਉਂਡ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਦਵਾ ਖੋਜ ਦੇ ਵੱਲ, ਡਰੱਗ ਸਾਇੰਟਿਸਟ ਬਣਨ ਵੱਲ ਤੁਹਾਡਾ ਕਿੱਦਾਂ ਰੁਝਾਨ ਪੈਦਾ ਹੋਇਆ? ਥੋੜੀ ਆਪਣੇ ਬਾਰੇ ਨਿੱਜੀ ਜਾਣਕਾਰੀ ਦਿਓ ਤੇ ਕਿਸ ਤਰ੍ਹਾਂ ਇੱਥੇ ਤੱਕ ਤੁਸੀਂ ਪਹੁੰਚੇ ਤੇ ਅੱਜ ਤੱਕ ਤੁਸੀਂ ਜੋ ਇਸ ਖਿੱਤੇ ਦੇ ਵਿੱਚ ਕੀਤਾ ਆ, ਤਾਂ ਕਿ ਇਹ ਹੁੰਦਾ ਹੈ ਅਕਸਰ ਕਿ ਸਾਡੇ ਫਿਲਮ ਸਟਾਰ ਜਿਹੜੇ ਹੈਗੇ ਆ ਜਾਂ ਸਾਡੇ ਗਾਇਕ ਜਿਹੜੇ ਹੈਗੇ ਆ ਜਾਂ ਸਾਡੇ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਉਹ ਅਕਸਰ ਮੀਡੀਆ ਦੇ ਵਿੱਚ ਛਾਏ ਰਹਿੰਦੇ ਆ, ਲੇਕਿਨ ਸਾਇੰਟਿਸਟ ਜਿਹੜੇ ਹੈਗੇ ਆ ਬਹੁਤ ਘੱਟ ਲੋਕਾਂ ਨੂੰ ਪਤਾ ਹੈਗਾ ਕਿ ਪੰਜਾਬ ਦੇ ਵੀ ਬਹੁਤ ਵੱਡੇ ਸਾਇੰਟਿਸਟ ਹੋਏ ਆ ਜਿਨ੍ਹਾਂ ਨੇ ਦੁਨੀਆ ਨੂੰ ਬਹੁਤ ਸਾਰੀਆਂ ਖੋਜਾਂ ਦਿੱਤੀਆਂ, ਲੇਕਿਨ ਉਹ ਸਾਡੇ ਕਦੇ ਨਾਇਕ ਨਹੀਂ ਬਣ ਸਕੇ। ਕਦੇ ਸਕਰੀਨ ਤੇ ਜਿਹੜਾ ਸਾਡਾ ਮੀਡੀਆ ਆ, ਜਿਹਨੂੰ ਹੁਣ ਗੋਦੀ ਮੀਡੀਆ ਕਿਹਾ ਜਾਂਦਾ, ਉਹ ਕਦੀ ਉਹਨਾਂ ਨੂੰ ਨਹੀਂ ਸਕਰੀਨ ਤੇ ਦਿਖਾਉਂਦਾ। ਸੋ ਮੈਂ ਚਾਹੁੰਦਾ ਕਿ ਆਪਾਂ ਜਿਹੜੀ ਅਗਲੀ ਗੱਲ ਕਰਨੀ ਹੈਗੀ ਆ ਉਹ ਇੱਕ ਸਮਾਜ ਦੇ ਨਾਲ ਜੁੜੀ ਹੋਈ ਗੱਲ ਆ। ਉਸ ਤੋਂ ਪਹਿਲਾਂ ਸਮਾਜ ਜਿਹੜਾ ਯੰਗਸਟਰਸ ਆ ਖਾਸ ਕਰਕੇ ਤੁਹਾਡੇ ਤੋਂ ਪ੍ਰੇਰਨਾ ਲੈਣ, ਤੁਹਾਨੂੰ ਜਾਣਨ। ਸੋ ਥੋੜਾ ਜਿਹਾ ਆਪਣੇ ਇਸ ਸਫ਼ਰ ਬਾਰੇ ਦੱਸੋ, ਤੁਸੀਂ ਇੱਥੇ ਤੱਕ ਕਿੱਦਾਂ ਪਹੁੰਚੇ, ਕਿੱਦਾਂ ਇਸ ਖੋਜ ਦੇ ਵਿਸ਼ੇ ਨਾਲ ਤੁਸੀਂ ਜੁੜੇ? ਦੇਖੋ ਜੀ, ਮੈਂ ਫਾਰਮਾਸਿਊਟੀਕਲ ਲਾਈਨ ਤੋਂ ਹਾਂ ਔਰ ਮੈਂ ਕ੍ਰਿਸਚੀਅਨ ਮੈਡੀਕਲ ਕਾਲਜ ਲੁਧਿਆਣਾ, ਜਿਹਨੂੰ CMC ਵੀ ਕਹਿੰਦੇ, ਉਹਦੇ ਵਿੱਚ ਪੜ੍ਹਾਉਂਦਾ ਵੀ ਰਿਹਾ। ਤੇ ਫਿਰ ਬਾਅਦ ਵਿੱਚ ਮੈਂ ਦਵਾਈਆਂ ਦੀ ਖੋਜ ਵਿੱਚ ਪੂਰੇ ਤੌਰ ਤੇ ਆ ਗਿਆ। ਔਰ ਬਚਪਨ ਤੋਂ ਮੈਂ ਇੱਕੋ ਹੀ ਸੁਪਨਾ ਲਿਆ ਸੀ, ਉਹ ਸੀ ਦਵਾ ਵਿਗਿਆਨਕ ਬਣਨ ਦਾ। ਔਰ ਮੇਰੀ ਪਹਿਲੀ ਖੋਜ ਜਿਹੜੀ ਸੀ ਉਹ ਖੁਸ਼ਕਿਸਮਤ ਸੀਗੀ ਕਿ ਉਹ ਜਦੋਂ ਇਹ ਸਿਸਟਮ ਕਰਪਟ ਹੋਇਆ, ਜਦੋਂ ਕਾਰਪੋਰੇਟ ਘਰਾਣਿਆਂ ਨੇ ਹਾਈਜੈਕ ਕੀਤਾ, ਔਰ ਇਹ ਸਾਰਾ ਕੁਝ ਹੋਇਆ WHO ਦੇ ਥਰੂ, ਜਿਹਨੂੰ ਵਿਸ਼ਵ ਸਿਹਤ ਸੰਸਥਾ ਵੀ ਕਹਿੰਦੇ ਨੇ ਤੇ ਜਿਹਦੀ ਬੜੀ ਇੱਜ਼ਤ ਹੈ। ਉਸ ਇੱਜ਼ਤਦਾਰ ਸੰਸਥਾ ਨੇ ਦਵਾਈਆਂ ਦੀਆਂ ਖੋਜਾਂ ਦਾ ਘਾਣ ਕਰ ਦਿੱਤਾ। ਦਵਾ ਵਿਗਿਆਨਕਾਂ ਨੂੰ ਕੋਲੋਂ ਖੋਜਾਂ ਕਰਨ ਦੇ ਅਧਿਕਾਰ ਖੋਲੇ। ਉਹਦਾ ਹਿੰਦੁਸਤਾਨ ਵਿੱਚ ਏਜੰਟ ਹੈ, ਜਿਹਨੂੰ ਅਸੀਂ ਬੋਲਦੇ ਹਾਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ। ਇਸ ਸੰਸਥਾ ਨੇ ਦਵਾਈਆਂ ਦੀਆਂ ਖੋਜਾਂ ਦੀ ਕੋਈ ਮਦਦ ਤਾਂ ਕੀ ਕਰਨੀ ਸੀ, ਇਹ ਦਵਾਈਆਂ ਦੀਆਂ ਖੋਜਾਂ ਵਿੱਚ ਸਭ ਤੋਂ ਵੱਡਾ ਅੜਿੱਕਾ ਬਣ ਕੇ ਰਹਿ ਗਈ ਹੈ। ਔਰ ਮੈਂ ਜਿਹੜੀ ਮੇਰੀ ਪਹਿਲੀ ਖੋਜ ਸੀ ਕਿ ਮੈਮੇਲੀਅਨ ਸੈਕਸ ਪਿਕਚਰ ਦੀ ਖੋਜ, ਉਹਨੂੰ ਗਵਰਨਮੈਂਟ ਆਫ USA, ਜੋ ਦੁਨੀਆ ਦੀ ਸਭ ਤੋਂ ਤਾਕਤਵਰ ਸਰਕਾਰ ਹੈ, ਉਹ ਡਰੱਗ ਪੇਟੈਂਟ ਪਹਿਲਾਂ ਹੀ ਦੇ ਚੁੱਕੀ ਆ। ਇਸ ਤੋਂ ਇਲਾਵਾ ਗਵਰਨਮੈਂਟ ਆਫ ਕੈਨੇਡਾ, ਗਵਰਨਮੈਂਟ ਆਫ ਆਸਟ੍ਰੇਲੀਆ, ਗਵਰਨਮੈਂਟ ਆਫ ਸਾਊਥ ਅਫਰੀਕਾ, ਗਵਰਨਮੈਂਟ ਆਫ ਨਿਊਜ਼ੀਲੈਂਡ, ਸਾਰੀਆਂ ਉਸ ਖੋਜ ਨੂੰ ਮਾਨਤਾ ਦੇ ਚੁੱਕੀਆਂ ਨੇ। ਔਰ ਮੈਂ
ਜਿਹੜੀ ਮੇਰੇ ਕੋਲ ਦਵਾਈਆਂ ਦੇ ਖੋਜੀ ਹੋਣ ਦੀ ਮਾਨਤਾ ਹੈ ਉਹ ਬਾਹਰ ਦੀਆਂ ਸਰਕਾਰਾਂ ਖਾਸ ਕਰਕੇ USA ਦੀ ਸਰਕਾਰ ਮੈਨੂੰ ਪਹਿਲਾਂ ਹੀ ਦੇ ਚੁੱਕੀਆਂ ਨੇ। ਮੈਂ ਕੋਈ ਮਾਨਤਾ ਲੈਣ ਨਹੀਂ ਆਇਆ, ਮਾਨਤਾ ਮੇਰੇ ਕੋਲ ਪਹਿਲਾਂ ਹੀ ਆ। ਮੇਰੀਆਂ 3 ਹੀ ਖੋਜਾਂ ਨੇ, ਇੱਕ ਮਮੇਲੀਅਨ ਸੈਕਸ ਫਿਕਸਰ ਡਰੱਗ ਦੀ ਖੋਜ, ਦੂਜੀ ਐਂਟੀਵਾਇਰਲ ਡਰੱਗ ਦੀ ਖੋਜ ਔਰ ਤੀਜੀ ਹੈਗੀ ਹੈ GD ਕੌ ਦਾ ਫਿਨਾਮੀਨਾ। ਇਹ 3 ਹੀ ਖੋਜਾਂ ਮੇਰੇ ਕੋਲ ਹੈਗੀਆਂ ਨੇ। ਔਰ ਦੂਜਾ ਇਹ ਹੈਗਾ ਕਿ ਇਹ ਖੋਜਾਂ ਕੱਲੀਆਂ ਏਡੀਆਂ ਸਖਸ਼ਮ ਨੇ ਕਿ ਹਿੰਦੁਸਤਾਨ ਨੂੰ ਦੁਨੀਆ ਦੇ ਵਿੱਚ ਦਵਾਈਆਂ ਦੀ ਖੋਜ ਵਿੱਚ ਵਿਸ਼ਵ ਗੁਰੂ ਬਣਾ ਸਕਦੀਆਂ ਨੇ। ਔਰ ਮੋਦੀ ਜੀ ਦਾ ਜੋ ਨਾਰਾ ਹੈ ਵਿਸ਼ਵ ਗੁਰੂ ਬਣਨ ਦਾ, ਉਹ ਮੇਰੀਆਂ ਇਹ 3 ਹੀ ਖੋਜਾਂ ਪੂਰਾ ਕਰ ਸਕਦੀਆਂ ਨੇ। ਤੇ ਇਸ ਕਰਕੇ ਮੈਂ ਬੜਾ ਆਸਵੰਦ ਵੀ ਰਿਹਾ। ਮੈਂ ਸਰਕਾਰ ਵੱਲੋਂ ਵੀ ਬੜੀਆਂ ਉਮੀਦਾਂ ਲਾਈ ਰੱਖੀਆਂ ਕਿ ਸਰਕਾਰ ਮੇਰੀ ਮਦਦ ਕਰੇਗੀ, ਪਰ ਹੋਇਆ ਇਸ ਤੋਂ ਉਲਟਾ। ਜਦੋਂ ਦਾ ਇਹ ਕਾਨੂੰਨ ਬਣਾਇਆ ਗਿਆ ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲ, ਉਦੋਂ ਦਾ ਤੇ ਸਾਡਾ ਵਿਗਿਆਨਕਾਂ ਦਾ ਗਲਾ ਹੀ ਘੁੱਟ ਦਿੱਤਾ ਗਿਆ। ਸਾਡੇ ਕੋਲੋਂ ਖੋਜਾਂ ਕਰਨ ਦਾ ਅਧਿਕਾਰ ਹੀ ਖੋਹ ਲਿਆ ਗਿਆ। ਸਾਨੂੰ ਇੱਕ ਰਸਤਾ ਦਿਖਾਤਾ ਗਿਆ, ਜਾਓ ਕਾਰਪੋਰੇਟ ਘਰਾਣੇ ਦੇ ਪੈਰ ਪਕੜੋ। ਔਰ ਇਹ ਸਾਰਾ ਕੁਝ ਇੱਕ ਵਿਦੇਸ਼ੀ ਸੰਸਥਾ ਦੇ ਨਾਂ ਤੇ ਹੋ ਰਿਹਾ। ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਅੰਗਰੇਜ਼ਾਂ ਨੂੰ ਚਲੇ ਗਿਆ ਇੱਥੋਂ 75 ਸਾਲ ਹੋ ਗਏ ਨੇ, ਔਰ ਇਹ ਲਾਰਡ ਮਕਾਲੇ ਦੀਆਂ ਔਲਾਦਾਂ ਅੱਜ ਵੀ ਸਾਡੇ ਉੱਤੇ ਹੁਕੂਮਤ ਕਰ ਰਹੀਆਂ ਨੇ, ਸਾਡੇ ਸਿਸਟਮ ਤੇ ਪੂਰੀ ਤਰ੍ਹਾਂ ਹਾਵੀ ਹੋ ਕੇ ਬੈਠੀਆਂ ਨੇ। ਔਰ ਇਹ ਬਹੁਤ ਹੀ ਮੰਦਭਾਗਾ ਹੈ। ਔਰ ਲੋਕੀ ਮਰ ਰਹੇ ਨੇ, ਵਾਇਰਸ ਦੀਆਂ ਬਿਮਾਰੀਆਂ ਆ ਰਹੀਆਂ ਨੇ, ਪਸ਼ੂ ਮਰ ਰਹੇ ਨੇ। ਅਭੀ ਲੰਪੀ ਦੀ ਬਿਮਾਰੀ ਜਾ ਕੇ ਗਈ ਆ, 3 ਲੱਖ ਤੋਂ ਉੱਪਰ ਔਨ ਰਿਕਾਰਡ ਗਊਆਂ ਮਰ ਗਈਆਂ ਨੇ, 5.5 ਲੱਖ ਤੋਂ ਵੱਧ ਕਰੋਨਾ ਦੇ ਵਿੱਚ ਬੰਦੇ ਮਰ ਗਏ। ਅਗਰ ਮੇਰੀ ਖੋਜ ਨੂੰ ਨਾ ਰੋਕਿਆ ਗਿਆ ਹੁੰਦਾ, ਇਹ ਸਾਰੇ ਬੰਦੇ ਵੀ ਬਚਾਏ ਜਾ ਸਕਦੇ ਸੀ, ਇਹ ਗਊਆਂ ਵੀ ਬਚਾਈਆਂ ਜਾ ਸਕਦੀਆਂ। ਬਹੁਤ ਔਲਖ ਸਾਹਿਬ, ਤੁਸੀਂ ਗੰਭੀਰ ਜਿਹੜਾ ਸਵਾਲ ਚੁੱਕ ਰਹੇ ਹੋ ਇਸ ਸਿਸਟਮ ਦੇ ਉੱਪਰ ਪੂਰਾ, ਮਤਲਬ ਔਰ ਆਪਣੇ ਉੱਤੇ ਬਹੁਤ ਵੱਡੀ ਰਿਸਪੌਂਸਿਬਿਲਟੀ ਵੀ ਤੁਸੀਂ ਲੈ ਰਹੇ ਹੋ ਕਿ ਇਹ ਪਸ਼ੂਆਂ ਦੀਆਂ ਵੀ ਤੇ ਜੀਵਾਂ ਦੀਆਂ ਵੀ, ਬੰਦਿਆਂ ਦੀਆਂ ਵੀ ਜਾਨਾਂ ਬਚਾਉਣ ਦੀ। ਕੀ ਇਹ ਇਸ ਤਰ੍ਹਾਂ ਦਾ ਕੀ ਅੜਿੱਕਾ ਸੀ ਉਹ ਜਿਹੜੇ ਤੁਸੀਂ ਕਾਨੂੰਨ ਦੀ ਗੱਲ ਕੀਤੀ ਹੈ 2019 ਦੇ ਵਿੱਚ ਲਿਆਇਆ ਗਿਆ, ਉਹ ਕਿਸ ਤਰ੍ਹਾਂ ਤੁਹਾਡੇ ਰਸਤੇ 'ਚ ਰੁਕਾਵਟ ਬਣਿਆ ਤੇ ਉਹਦੇ ਪਿੱਛੇ ਤੁਹਾਨੂੰ ਸਰਕਾਰ ਦੀ ਕੀ ਮਨਸ਼ਾ ਨਜ਼ਰ ਆਉਂਦੀ ਹੈ? ਦੇਖੋ ਜੀ, ਇਸ ਦੁਨੀਆ ਨੂੰ ਇਉਂ ਲੱਗਦਾ ਜਿਵੇਂ ਮੁੱਠੀ ਭਰ ਚੰਦ ਕਾਰਪੋਰੇਟ ਘਰਾਣੇ ਚਲਾ ਰਹੇ ਨੇ ਔਰ ਉਹ ਅੰਤਰਰਾਸ਼ਟਰੀ ਲੈਵਲ ਤੇ ਆਪਰੇਟ ਕਰਦੇ ਨੇ, ਖਾਲੀ ਸਾਡੇ ਮੁਲਕ ਵਿੱਚ ਨਹੀਂ। ਉਹ ਸਾਰੀ ਦੁਨੀਆ ਦੇ ਵਪਾਰ ਨੂੰ, ਸਾਰੀ ਦੁਨੀਆ ਦੀ ਦੌਲਤ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣਾ ਚਾਹੁੰਦੇ ਨੇ। ਉਹਨਾਂ ਨੇ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਵਰਲਡ ਇਕਨੋਮਿਕ ਫੋਰਮ, ਵਰਲਡ ਬੈਂਕ, IMF, ਜਿਹਦਾ ਅਸੀਂ ਹੁਣੇ ਨਾਂ ਲੈ ਰਹੇ ਹਾਂ ਕਿ ਵਿਸ਼ਵ ਸਿਹਤ ਸੰਸਥਾ, ਇਹਨਾਂ ਸਾਰੀਆਂ ਸੰਸਥਾਵਾਂ ਉੱਤੇ ਉਹਨਾਂ ਨੇ ਕਬਜ਼ੇ ਕਰ ਲਏ ਨੇ। ਔਰ ਇਹਨਾਂ ਸੰਸਥਾਵਾਂ ਦੇ ਥਰੂ ਉਹ ਸਾਰੀ ਦੁਨੀਆ ਦੀਆਂ ਸਰਕਾਰਾਂ ਨੂੰ ਚਲਾਉਂਦੇ ਨੇ। ਜਿਵੇਂ ਸਾਡੇ ਮੁਲਕ ਵਿੱਚ ਇਹ ਸੰਸਥਾ ਬਣੀ ਆ ICMR, ਪਾਕਿਸਤਾਨ ਦੇ ਵਿੱਚ PCMR ਔਰ ਇੰਗਲੈਂਡ ਦੇ ਵਿੱਚ BMR ਸੀ। ਇਹਨਾਂ ਸੰਸਥਾਵਾਂ ਨਾਲ ਉਹਨਾਂ ਨੇ ਕੀ ਕੀਤਾ ਕਿ ਇੱਥੋਂ ਦਾ ਪੂਰਾ ਹੈਲਥ ਸੈਕਟਰ ਜਿਹੜਾ ਆਪਣੇ ਕਬਜ਼ੇ 'ਚ ਕਰ ਲਿਆ। ਹੁਣ ਹੁੰਦਾ ਕੀ ਆ ਕਿ ਦਵਾਈਆਂ ਦੀ ਖੋਜ ਬੜਾ ਹੀ ਮੁਨਾਫੇ ਵਾਲਾ ਸੌਦਾ ਹੈ। ਹੁਣ ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ੍ਹ ਅਗਰ ਕੋਈ ਬੰਦਾ ਬਿਮਾਰ ਵੀ ਹੋ ਜਾਏ, ਮਾਮੂਲੀ ਟਾਈਫਾਈਡ ਵੀ ਆ ਜਾਏ ਤੇ ਲੱਖਾਂ ਦੇ ਬਿੱਲ ਬਣ ਜਾਂਦੇ ਨੇ। ਤੁਹਾਨੂੰ ਲੱਗਦਾ ਕਿ ਇਹ ਡਾਕਟਰ ਬੜੇ ਲਾਲਚੀ ਹੋ ਗਏ ਨੇ, ਹਸਪਤਾਲਾਂ ਵਾਲੇ ਬੜੇ ਲਾਲਚੀ ਹੋ ਗਏ ਨੇ, ਪਰ ਤੁਸੀਂ ਸੱਚਾਈ ਇਹ ਨਹੀਂ ਜਾਣਦੇ ਕਿ ਇਹਨਾਂ ਹਸਪਤਾਲਾਂ ਨੂੰ ਇੰਨੇ ਮਹਿੰਗੇ ਇਲਾਜ ਕਰਨ ਵਾਸਤੇ, ਇਹ ਇਲਾਜਾਂ ਨੂੰ ਇੰਨਾ ਮਹਿੰਗਾ ਬਣਾਉਣ ਵਾਸਤੇ ਇੱਕੋ ਹੀ ਸੰਸਥਾ ਜਿਹੜੀ ਹੈਗੀ ਆ ਉਹ ਜ਼ਿੰਮੇਦਾਰ ਆ, ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਜ਼ਿੰਮੇਦਾਰ ਆ। ਉਹਨੇ ਪ੍ਰੋਟੋਕਾਲ ਹੀ ਇੰਨੇ ਮਹਿੰਗੇ ਕਰ ਦਿੱਤੇ ਨੇ ਕਿ ਹਸਪੀਟਲ ਚਲਾਉਣਾ ਅੱਜ ਖਾਲਾ ਜੀ ਦਾ ਵਾੜਾ ਨਹੀਂ ਰਿਹਾ। ਇੰਨਾ ਮਹਿੰਗਾ ਸੌਦਾ ਹੋ ਗਿਆ ਤੇ ਇਲਾਜ ਮਹਿੰਗੇ ਹੋ ਗਏ ਨੇ, ਲੋਕ ਮਰ ਰਹੇ ਨੇ, ਲੋਕਾਂ ਦੇ ਘਰ ਘੱਟ ਵਿਕ ਜਾਂਦੇ ਨੇ, ਤਬਾਹ ਹੋ ਜਾਂਦੇ ਨੇ, ਜ਼ਿੰਦਗੀਆਂ ਚਲ ਜਾਂਦੀਆਂ ਨੇ। ਇਲਾਜ ਕਰਾਉਣ ਨਾਲੋਂ ਲੋਕ ਬੇਇਲਾਜੇ ਮਰਨਾ ਪਸੰਦ ਕਰਦੇ ਨੇ। ਪਰ ਇਹ WHO ਦਾ ਨਾ ਬੰਦਿਆਂ ਦਾ ਕਤਲ ਕਰ ਕਰਕੇ ਢਿੱਡ ਨਹੀਂ ਭਰਿਆ, ਨਾ ICMR ਦਾ ਭਰਿਆ। ਔਰ ਸਰਕਾਰਾਂ ਇਹਨਾਂ ਦੇ ਜਿਵੇਂ ਬੀਨ ਦੇ ਉੱਤੇ ਸੱਪ ਜਿਹੜਾ ਨਾ ਲੋਟਦਾ ਹੈ, ਉਵੇਂ ਲੋਟ ਰਹੀਆਂ ਇਹਨਾਂ ਦੇ ਸਾਰਿਆਂ ਉੱਤੇ। ਇਹ ਬਹੁਤ ਮੰਦਭਾਗੀ ਗੱਲ ਹੈ ਜੀ। ਤੁਸੀਂ ਇੱਕ ਰੂਲ ਦੀ ਗੱਲ ਕੀਤੀ ਜਿਹੜਾ 2019 ਦੇ ਵਿੱਚ ਬਣਿਆ, ਤੇ ਐਜ਼ ਏ ਸਾਇੰਟਿਸਟ ਤੁਸੀਂ ਦੱਸਿਆ ਹੈਗਾ ਕਿ ਉਸ ਤੋਂ ਪਹਿਲਾਂ ਤੁਸੀਂ ਖੋਜ ਕਰਦੇ ਸੀ, ਉਹਦਾ ਜਿਹੜਾ ਇੱਕ ਢੰਗ ਤਰੀਕਾ ਅਲੱਗ ਹੁੰਦਾ ਸੀਗਾ, ਇੱਕ ਅਲੱਗ ਪ੍ਰੋਟੋਕੋਲ ਹੁੰਦਾ ਸੀਗਾ। ਔਰ ਉਸ ਪ੍ਰੋਟੋਕੋਲ ਦੇ, ਪੁਰਾਣੇ ਪ੍ਰੋਟੋਕੋਲ ਦੇ ਵਿੱਚ ਤੁਸੀਂ ਜਦੋਂ ਖੋਜਾਂ ਕੀਤੀਆਂ ਤੇ ਤੁਹਾਨੂੰ ਅਮਰੀਕਾ ਤੇ ਹੋਰ ਦੁਨੀਆ ਜਿਹੜੀਆਂ ਵੱਡੀਆਂ ਖੋਜ ਨੂੰ ਮਾਨਤਾ ਦੇਣ ਵਾਲੀਆਂ ਸੰਸਥਾਵਾਂ ਆ, ਅਦਾਰੇ ਆ, ਉਹਨਾਂ ਨੇ ਤੁਹਾਨੂੰ ਮਾਨਤਾ ਦਿੱਤੀ। ਲੇਕਿਨ ਹੁਣ ਇਹ 2019 ਤੋਂ ਬਾਅਦ ਜਿਹੜਾ ਪ੍ਰੋਸੀਜਰ ਆਇਆ, ਉਹਦੇ ਨਾਲ ਜਿਹੜੀਆਂ ਸਮੁੱਚੀ ਜਿਹੜੀ ਦਵਾਈਆਂ ਦੀ ਖੋਜ ਹੈ, ਡਰੱਗ ਜਿਹੜੀ ਰਿਸਰਚ ਹੈ, ਉਹਦੇ ਉੱਤੇ ਇੱਕ ਤਰ੍ਹਾਂ ਨਾਲ ਜਿਹੜਾ ਆ ਵੱਡਾ ਅੰਕੁਸ਼ ਲੱਗ ਗਿਆ। ਜਾਂ ਤੁਸੀਂ ਕਹਿ ਰਹੇ ਹੋ ਕਿ ਉਹ ਕਾਰਪੋਰੇਟ ਦੇ ਗੁਲਾਮ ਹੋਣ ਲਈ ਮਜਬੂਰ ਹੋ ਗਏ ਸਾਇੰਟਿਸਟ। ਜਿਹੜਾ ਪਹਿਲਾਂ ਵਾਲਾ ਪ੍ਰੋਸੀਜਰ ਸੀਗਾ, ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਆ ਭਾਰਤੀ ਸਾਇੰਟਿਸਟ ਜਾਂ ਜਿਹੜੇ ਇੰਡੀਪੈਂਡੈਂਟ ਸਾਇੰਟਿਸਟ ਹੈਗੇ ਉਹਨਾਂ ਲਈ ਕਿਸ ਤਰ੍ਹਾਂ ਲਾਹੇਵੰਦ ਸੀਗਾ। ਦੇਖੋ ਜੀ, ਮੈਂ ਤੁਹਾਨੂੰ ਛੋਟੀਆਂ ਐਗਜ਼ਾਮਪਲਾਂ ਦਿਆਂਗਾ। ਦੁਨੀਆ ਦੀ ਸਭ ਤੋਂ ਮਹਾਨ ਖੋਜ ਹੋਈ ਹੈ ਪੈਨਸਿਲਿਨ ਦੀ ਖੋਜ। ਪੈਨਸਿਲਿਨ ਦੀ ਖੋਜ ਸਾਨੂੰ ਪਤਾ ਹੈ ਕਿ ਇੱਕ ਲੈਬ ਟੈਕਨੀਸ਼ੀਅਨ ਨੇ ਕੀਤੀ, ਉਹ ਤਾਂ ਡਾਕਟਰ ਵੀ ਨਹੀਂ ਸੀ, ਤੇ ਉਹ ਲੈਬ ਟੈਕਨੀਸ਼ੀਅਨ ਦਾ ਸੈਂਪਲ ਹੋ ਗਿਆ ਖਰਾਬ। ਉਹ ਆਪਣੇ ਬੌਸ ਦੇ ਮੁੰਡੇ ਦੇ ਜਨਮ ਦਿਨ ਤੇ ਚਲਾ ਗਿਆ। ਉੱਥੇ ਜਾ ਕੇ ਉਹਨੂੰ ਆਈਡੀਆ ਆਇਆ ਕਿ ਸਟੈਫਾਈਲੋਕੋਕਸ ਦਾ ਮੈਂ ਲਾਇਆ ਸੀਗਾ
ਜਿਹੜਾ ਕਲਚਰ ਬਣਾਈ ਸੀ ਉਹ ਖਰਾਬ ਹੋ ਗਈ ਹੈ। ਕਿਤੇ ਇਹ ਨਾ ਹੋਏ ਕਿ ਉਹ ਕਲਚਰ ਦੇ ਵਿੱਚ ਇੱਕ ਐਸੀ ਚੀਜ਼ ਪੈਦਾ ਹੋ ਗਈ ਹੋਵੇ ਜਿਹਦੇ ਨਾਲ ਸਟੈਫਾਈਲੋਕੋਕਸ ਦਾ ਇਲਾਜ ਮਿਲ ਸਕਦਾ ਹੈ। ਜਦੋਂ ਉਹਨੂੰ ਇਹ ਦਿਮਾਗ 'ਚ ਆਇਆ ਆਈਡੀਆ, ਉਹ ਦੌੜਾ ਚਲਾਇਆ। ਦੇਖੋ ਖੋਜ 2 ਜਾਂ 3 ਸਕਿੰਟਾਂ 'ਚ ਹੁੰਦੀ ਹੈ। ਸਾਇੰਟਿਸਟ ਦੇ ਦਿਮਾਗ 'ਚ ਆਈਡੀਆ ਆਉਂਦਾ, ਆ ਕੇ ਉਹਨੇ ਚਲੋ ਆਪਣੀ ਕਲਚਰ ਵਗੈਰਾ ਸਾਂਭ ਲਈ ਔਰ ਪੈਨਸਿਲਿਨ ਦੀ ਖੋਜ ਹੋ ਗਈ। ਔਰ ਸਭ ਤੋਂ ਪਹਿਲਾਂ ਉਹਦਾ ਜਦੋਂ ਟ੍ਰਾਇਲ ਹੋਇਆ, ਉਹ ਖੋਜ ਹੋਣ ਤੋਂ 4 ਸਾਲਾਂ ਦੇ ਬਾਅਦ ਇੱਕ ਮਰੀਜ਼ ਸੀਗਾ ਹਸਪੀਟਲ ਦੇ ਵਿੱਚ, ਟਾਈਫਾਇਡ ਦਾ ਮਰੀਜ਼ ਸੀ, ਟਾਈਫਾਇਡ ਵਿਗੜਿਆ ਪਿਆ ਸੀ, ਉਹਨੇ ਮਰ ਜਾਣਾ ਸੀ, ਉੱਤੇ ਉਹਦਾ ਟ੍ਰਾਇਲ ਹੋ ਗਿਆ ਤੇ ਉਹ ਬਚ ਗਿਆ। ਸਾਡੇ ਕੋਲ ਪੈਨਸਿਲਿਨ ਦੀ ਖੋਜ ਆ ਗਈ। ਇਵੇਂ ਟ੍ਰਾਇਲ ਹੁੰਦੇ ਸੀ, ਇਵੇਂ ਖੋਜਾਂ ਹੁੰਦੀਆਂ ਸੀ। ਇਵੇਂ ਜਿਵੇਂ ਇਨਸੂਲਿਨ ਦੀ ਖੋਜ ਹੋਈ ਹੈ। ਇਨਸੂਲਿਨ ਦੀ ਖੋਜ ਕੀ ਹੋਈ ਹੈ ਕਿ ਪੈਂਕਰੀਆਜ ਕੁੱਤੇ ਦਾ ਕੱਢ ਦਿੱਤਾ ਗਿਆ ਔਰ ਕੁੱਤੇ ਦੇ ਪਿਸ਼ਾਬ ਤੇ ਮੱਖੀਆਂ ਬੈਠਣ ਲੱਗ ਪਈਆਂ। ਸਾਨੂੰ ਇਹਦੇ ਨਾਲ ਸਾਡੇ ਕੋਲ ਇਨਸੂਲਿਨ ਦੀ ਖੋਜ ਹੋ ਗਈ। ਖੋਜਾਂ ਇਦਾਂ ਹੀ ਹੁੰਦੀਆਂ ਸੀ। ਖੋਜਾਂ ਬੜੀਆਂ ਸਿੰਪਲ ਤਰੀਕੇ ਨਾਲ ਹੁੰਦੀਆਂ, ਕੋਈ ਖਰਚਾ ਨਹੀਂ ਹੁੰਦਾ, 2 ਰੁਪਈਏ ਵੀ ਨਹੀਂ ਲੱਗਦੇ। ਹੌਲੀ ਹੌਲੀ ਕੀ ਹੋਇਆ ਕਿ ਇਹ ਜਿਹੜੀਆਂ ਦਵਾਈਆਂ ਸੀ, ਇਹਨਾਂ ਦੇ ਉੱਤੇ ਜਦੋਂ ਕਾਰਪੋਰੇਟ ਘਰਾਣੇ ਗਿੱਧਾਂ ਵਾਂਗ ਆ ਕੇ ਬਹਿ ਗਏ, ਕਬਜ਼ਾ ਕਰਕੇ ਬਹਿ ਗਏ ਔਰ ਇਹਨਾਂ ਨੇ ਕੀ ਸੋਚਿਆ ਕਿ ਨਿਯਮ ਇਹੋ ਜਿਹੇ ਬਣਾ ਦਿਓ। ਇਹਨਾਂ ਨੇ ਸਿੱਧਾ ਕੀਤਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵਰਗੀਆਂ ਸੰਸਥਾਵਾਂ ਨੂੰ ਹਾਈਜੈਕ ਕੀਤਾ। ਫਿਰ ਕੀ ਹੋਇਆ ਕਿ ਉਸ ਸੰਸਥਾ ਨੇ ਆਪਣਾ ਪ੍ਰਭਾਵ ਇਸਤੇਮਾਲ ਕਰਕੇ ਹਰ ਮੁਲਕ ਦੇ ਵਿੱਚ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵਰਗੀਆਂ ਸੰਸਥਾਵਾਂ ਖੋਲ੍ਹੀਆਂ ਔਰ ਉਹਨਾਂ ਸੰਸਥਾਵਾਂ ਦੇ ਜ਼ਰੀਏ ਉੱਥੋਂ ਉਹਨਾਂ ਮੁਲਕਾਂ ਦੇ ਹੈਲਥ ਕੇਅਰ ਸੈਕਟਰ ਦੇ ਉੱਤੇ ਕਬਜ਼ਾ ਕੀਤਾ ਗਿਆ। ਸਾਡੇ ਕੀ ਹੋਇਆ, ਮੈਂ ਤੁਹਾਨੂੰ ਥੋੜੀ ਜਿਹੀ ਡਿਟੇਲ ਦੱਸਦਾ ਕਿ ਜਦੋਂ ਮੇਰੀ ਪਹਿਲੀ ਖੋਜ ਆਉਂਦੀ ਹੈ ਮੈਮੇਲੀਅਨ ਸੈਕਸ ਫਿਕਸਡ ਡਰੱਗ ਦੀ ਖੋਜ, ਉਹਦੇ ਵਿੱਚ ਜਦੋਂ ਮੈਨੂੰ ਅਮਰੀਕਾ ਦੀ ਗਵਰਨਮੈਂਟ ਪੇਟੈਂਟ ਦਿੰਦੀ ਆ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੀ ਖੋਜ ਨੂੰ ਬੜੇ ਹੀ ਇੱਕ ਰਹੱਸਮਈ ਤਰੀਕੇ ਨਾਲ ਦਿੱਲੀ ਵਿੱਚ ਰੋਕ ਲਿਆ ਜਾਂਦਾ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਔਰ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਉਹਨੂੰ ਰੋਕ ਲੈਂਦੇ। ਮੇਰੀ ਉਹ ਚੀਜ਼ ਸਮਝ ਵਿੱਚ ਨਹੀਂ ਆਈ ਕਿਉਂਕਿ ਮੈਂ ਆਪਣੀ ਵੱਲੋਂ ਤਾਂ ਮੇਰੀ ਖੋਜ ਇੰਟਰਨੈਸ਼ਨਲ ਰਿਕੋਗਨਾਈਜ਼ ਹੋ ਚੁੱਕੀ ਸੀ। ਫਿਰ ਜਦੋਂ ਅਚਾਨਕ ਕਰੋਨਾ ਆਇਆ 2019 ਦੇ ਵਿੱਚ, ਫਿਰ ਜਦੋਂ ਮੈਂ ਜਦੋਂ ਹੋਇਆ ਕਿ ਮੇਰੇ ਕੋਲ ਇੱਕ ਐਂਟੀਵਾਇਰਲ ਡਰੱਗ ਸੀ ਜਿਹਦੀ ਮੈਂ ਸਨ 2000 ਦੇ ਵਿੱਚ ਖੋਜ ਕੀਤੀ ਸੀ ਔਰ ਉਹ ਖੋਜ ਜਿਹੜੀ ਸੀ ਉਹਦੇ ਉੱਤੇ ਅਸੀਂ ਐਕਸਪੈਰੀਮੈਂਟ ਤਾਂ ਕਰੀ ਜਾ ਰਹੇ ਸੀ ਔਰ ਉਹਨੂੰ ਅਸੀਂ ਮਾਰਕੀਟ ਦੇ ਵਿੱਚ ਲਿਆਉਣ ਦੇ ਬਾਰੇ ਨਹੀਂ ਸੀ ਸੋਚਿਆ। ਤੇ ਜਦੋਂ ਰੈਮਡੇਸਿਵੀਰ ਵਰਗੀਆਂ ਦਵਾਈਆਂ ਮਨਜ਼ੂਰ ਹੋਈਆਂ ਔਰ ਫੈਵੀਪੀਰਾਵੀਰ ਜਿਹੜੀ ਇਨਫਲੂਐਂਜ਼ਾ ਦੀ ਦਵਾਈ ਸੀ ਉਹ ਮਨਜ਼ੂਰ ਹੋਈ, ਉਦੋਂ ਮੈਨੂੰ ਲੱਗਿਆ ਕਿਉਂਕਿ ਸਾਡੀ ਦਵਾਈ ਜਿਹੜੀ ਸੀਗੀ ਐਂਟੀਵਾਇਰਲ ਡਰੱਗ ਉਹ ਐਫਐਮਡੀ ਵਾਇਰਸ ਤੇ ਵੀ ਕੰਮ ਕਰਦੀ ਸੀ ਤੇ ਇਨਫਲੂਐਂਜ਼ਾ ਤੇ ਵੀ ਕੰਮ ਕਰਦੀ ਸੀ। ਅਸੀਂ ਕੀ ਕੀਤਾ, ਅਸੀਂ ਸਰਕਾਰ ਕੋਲ ਗਏ, ICMR ਕੋਲ ਗਏ। ICMR ਕੋਲ ਜਾਣ ਦੇ ਨਾਲ ਉਹਨਾਂ ਨੇ ਮੈਨੂੰ ਸਿਸਟਮ ਦੇ ਵਿੱਚ ਤਾਂ ਲੈ ਲਿਆ। ਸਿਸਟਮ ਦੇ ਵਿੱਚ ਲੈਣ ਤੋਂ ਬਾਅਦ ਉਹਨਾਂ ਦੀਆਂ ਸ਼ਰਤਾਂ ਸ਼ੁਰੂ ਹੋ ਗਈਆਂ ਜਿਹੜੀਆਂ ਹਜ਼ਾਰਾਂ ਹੀ ਕਰੋੜਾਂ ਤੱਕ ਉੱਪਰ ਨੂੰ ਜਾਂਦੀਆਂ ਸੀ। ਮੈਨੂੰ ਸਮਝ ਆਈ, ਮੈਂ ਕਿਹਾ ਇਹ ਤਾਂ ਹਜ਼ਾਰਾਂ ਕਰੋੜ ਰੁਪਈਆ ਸਾਇੰਟਿਸਟਾਂ ਕੋਲ ਤਾਂ ਹੁੰਦਾ ਨਹੀਂ। ਸਾਇੰਟਿਸਟ ਤਾਂ ਬੜੇ ਗਰੀਬ ਘਰਾਂ ਤੋਂ ਆਉਂਦੇ ਆ, ਮਿਡਲ ਕਲਾਸ ਫੈਮਲੀਆਂ 'ਚ ਆਉਂਦੇ ਆ। ਫਿਰ ਜਦੋਂ ਮੈਨੂੰ ਇਹ ਸਿਸਟਮ ਸਮਝ ਆਇਆ, ਫਿਰ ਉੱਥੇ ਕਾਨੂੰਨ ਦਾ ਹਵਾਲਾ ਬਾਰ-ਬਾਰ ਉਹ ਦੇਣ ਲੱਗੇ, ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲ ਦੀ ਫਲਾਣੀ ਕਲਾਸ ਧਮਕਾਣੀ ਕਲਾਸ ਉਹ ਮੈਂ ਸਾਰਾ ਕਾਨੂੰਨ ਕੱਢ ਕੇ ਪੜ੍ਹਿਆ। ਜਦੋਂ ਮੈਂ ਕਾਨੂੰਨ ਕੱਢ ਕੇ ਪੜ੍ਹਿਆ ਤੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ। मैंने बोला ये कानून तो बनाया ही इस करके गया कि साइंटिस्टों को दवाइयां दी खोजा करने का अधिकार ही खो लिया जाए। जो अधिकार ही खो लिया जाए, अधिकार किनू दिता गया? कारपोरेट घराणियां नूं। हुण जां ते असीं जाके कारपोरेट घराणियां दे पैर पकड़ लईए ते जां अपनी खोज नूं सरैंडर कर दईए, जां उहनूं भुल जाइए। लोग मरदे ने मरी जाण, करोना नाल लोग मरी गए। 5.5 ਲੱਖ लोग तो ऑन रिकॉर्ड मर। फिर बीमारी आई लंपी दी, 3 ਲੱਖ गौवां ऑन रिकॉर्ड मर गई। ਜਿਹੜੀਆਂ ऑफ द रिकॉर्ड मरीਆਂ गौवां 10 ਤੋਂ 12 ਲੱਖ मरीਆਂ। फिर ਜਿਹੜੇ ਬੰਦੇ ਮਰੇ ਨੇ ਉਹ WHO खुद ਮੰਨ ਰਿਹਾ ਕਿ ਹਿੰਦੁਸਤਾਨ ਵਿੱਚ 50 ਲੱਖ ਤੋਂ ਵੱਧ ਮਰ ਗਏ ਨੇ। ਹੁਣ ਸਰਕਾਰ ਅਜੇ ਮੌਤਾਂ ਦਾ ਅੰਕੜਾ ਵੀ ਜਾਰੀ ਨਹੀਂ ਕਰ ਰਹੀ, ਸ਼ਾਇਦ ਇਸ ਕਰਕੇ ਨਹੀਂ ਕਰ ਰਹੀ ਕਿ ਇਹਨਾਂ ਨੂੰ ਆਪਣੇ ਜਿਹੜੇ ਉਹ ਪਰਦੇ ਆ ਜ਼ਾਹਰ ਹੋ ਜਾਣੇ। ਹੁਣ ਦੂਜੇ ਪਾਸੇ ਗੱਲ ਇਹ ਹੋਈ ਆ ਕਿ ਮੈਂ ਇੱਕ ਸਾਇੰਟਿਸਟ, ਮੇਰੀ ਖੋਜ ਨੂੰ ਰੋਕਿਆ ਗਿਆ। ਰੋਕ ਕੇ ਉਹ ਖੋਜ ਨੂੰ ਮੈਂ ਕੀ ਕੀਤਾ, ਇੱਕ ਚੰਗਾ ਕੰਮ ਮੈਂ ਕੀਤਾ, ਮੈਂ ਡਿਪਾਰਟਮੈਂਟ ਆਫ ਆਯੁਰਵੇਦ ਦਾ ਗਵਰਨਮੈਂਟ ਆਫ ਪੰਜਾਬ ਤੋਂ ਉਹਦੀ ਮਨਜ਼ੂਰੀ ਲੈ ਲਈ ਉਹਨੂੰ ਆਯੁਰਵੈਦਿਕ ਸਿਸਟਮ 'ਚ ਬਣਾਉਣ ਵਾਸਤੇ। ਜਦੋਂ ਦਵਾਈ ਬਣ ਗਈ, ਜਦੋਂ ਲੰਪੀ ਦੀ ਬਿਮਾਰੀ ਆਉਂਦੀ ਹੈ ਗਊਆਂ ਦੇ ਉੱਤੇ ਔਰ ਗਊ ਮਾਤਾ ਬੜੇ ਸੰਕਟ 'ਚ ਆਉਂਦੀ ਹੈ ਔਰ ਗਊਆਂ ਮਰਨੀਆਂ ਸ਼ੁਰੂ ਹੁੰਦੀਆਂ ਨੇ ਔਰ ਇੱਥੇ ਬਹੁਤ ਸਾਰੇ ਲੋਕਾਂ ਨੇ ਉਹ ਦਵਾਈ ਵਰਤੀ, ਆਪਣੀਆਂ ਗਊਆਂ ਦੀਆਂ ਜਾਨਾਂ ਬਚਾਈਆਂ। ਹਜ਼ਾਰਾਂ ਗਊਆਂ ਦੀਆਂ, 3-4 ਹਜ਼ਾਰ ਗਊਆਂ ਦੀਆਂ। ਉਹਨਾਂ ਲੋਕਾਂ ਦੇ ਵੀਡੀਓ ਸਾਡੇ ਕੋਲ ਪਏ ਨੇ, ਉਹ ਲੋਕ ਸਾਡੇ ਨਾਲ ਜੁੜੇ ਹੋਏ ਨੇ ਔਰ ਉਹ ਇੰਨਾ ਸਾਡਾ ਧੰਨਵਾਦ ਕਰਦੇ ਨੇ। ਮੇਰਾ ਗੁੱਸਾ ਸਰਕਾਰ ਨਾਲ ਇਸ ਗੱਲ 'ਤੇ ਆ ਕਿ ਅਗਰ ਹਜ਼ਾਰਾਂ ਗਊਆਂ ਬਚਾਈਆਂ ਜਾ ਸਕਦੀਆਂ ਸੀ ਤੇ ਫਿਰ ਇਹ 3 ਲੱਖ ਗਊਆਂ ਮਰਨ ਕਿਉਂ ਦਿੱਤੀਆਂ ਗਈਆਂ? ਇਹ ਸਿਸਟਮ 3 ਲੱਖ ਗਊ ਮਾਤਾ ਦਾ ਹਥਿਆਰਾ ਹੈ। ਸਾਡੇ ਮੁਲਕ ਦੇ ਵਿੱਚ 80% ਆਬਾਦੀ, 100 ਕਰੋੜ ਤੋਂ ਵੱਧ ਲੋਕ ਗਊ ਨੂੰ ਮਾਤਾ ਮੰਨਦੇ। ਅਸੀਂ ਖੁਦ ਵੀ ਮਾਤਾ ਮੰਨਦੇ ਹਾਂ, ਸਾਰੇ ਧਰਮਾਂ ਦੇ ਲੋਕ ਉਹਨੂੰ ਮਾਤਾ ਮੰਨਦੇ ਨੇ। ਤੇ ਉਹ ਜਿਹੜੀ ਇੰਨੇ ਲੋਕ ਗਊ ਨੂੰ ਮਾਤਾ ਮੰਨਦੇ ਆ, ਉਸ ਮੁਲਕ ਦੇ ਵਿੱਚ, ਉਹ ਸਨਾਤਨ ਧਰਮੀ ਮੁਲਕ ਦੇ ਵਿੱਚ 3 ਲੱਖ ਗਊਆਂ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਕਿਉਂਕਿ ਚੰਦ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਭਰਨੀਆਂ ਨੇ ਸਰਕਾਰਾਂ ਨੇ। ਇਹ ਬਹੁਤ ਗਲਤ ਹੋਇਆ। 5.5 ਲੱਖ ਬੰਦੇ ਮਾਰ ਦਿੱਤੇ ਜਾਂਦੇ। ਅਗਰ ਮੇਰੀ ਦਵਾਈ ਮਨਜ਼ੂਰ ਹੋ ਜਾਂਦੀ, ਉਹਨੂੰ ਇਹ ਐਲੋਪੈਥੀ ਸਿਸਟਮ ਦੇ ਵਿੱਚ ਲੈ ਲੈਂਦੇ, ਜਿਹੜਾ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੂੰ ਮੈਂ ਬਾਰ-ਬਾਰ ਕਹਿ ਰਿਹਾ ਸੀ। ਇਹਨਾਂ ਨੇ ਬਹੁਤ ਸਾਰੀਆਂ ਦਵਾਈਆਂ ਮਨਜ਼ੂਰ ਕੀਤੀਆਂ, ਰੈਮਡੇਸਿਵੀਰ, ਫੈਵੀਪੀਰਾਵੀਰ, ਬਹੁਤ ਸਾਰੀਆਂ ਵੈਕਸੀਨ, ਸਾਰੀਆਂ ਹੀ ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲ ਦੀ
ਕਲਾਸ 80 ਸਬ ਕਲਾਸ 7 ਐਂਡ 8 ਵਿੱਚ ਮਨਜ਼ੂਰ ਕਰਨੀ। ਅਸੀਂ ਕਿਹਾ ਤੁਸੀਂ ਸਾਡੀ ਦਵਾਈ ਵੀ ਇਹਨਾਂ ਕਲਾਸਾਂ 'ਚ ਮਨਜ਼ੂਰ ਕਰ ਲਓ, ਜੋ ਸ਼ਰਤਾਂ ਉਹਨਾਂ 'ਤੇ ਲਾ ਰਿਹਾ ਸਾਡੇ 'ਤੇ ਵੀ ਲਾ ਲਓ। ਪਰ ਇਹਨਾਂ ਨੇ ਸਾਡੀ ਗੱਲ ਮੰਨੀ ਨਹੀਂ, ਕਿਉਂਕਿ ਸਾਡੇ ਪਿੱਛੇ ਕੋਈ ਕਾਰਪੋਰੇਟ ਘਰਾਣਾ ਨਹੀਂ ਸਿੱਖਣਾ। ਜੀ ਬਹੁਤ ਜਿਹੜਾ ਇਹ ਦੁਖਦਾਈ ਵੀ ਹੈ ਗੱਲ, ਤੇ ਸੋਚਣ ਲਈ ਵੀ ਮਜਬੂਰ ਕਰਦਾ ਕਿ ਗਊ ਮਾਤਾ ਦੇ ਮੁਲਕ ਵਿੱਚ ਜਿਹੜੀ ਆ ਗਊ ਮਾਤਾ ਇੱਕ ਵਾਇਰਸ ਦੀ ਬਿਮਾਰੀ ਨਾਲ ਮਰ ਜਾਂਦੀ ਹੈਗੀ ਆ, ਜਿਹਨੂੰ ਬਚਾਉਣ ਲਈ ਸਾਡੇ ਸਾਇੰਟਿਸਟ ਪਹਿਲਾਂ ਹੀ ਤਿਆਰ ਬੈਠੇ। ਸਾਡੇ ਆਪਣੇ ਸਾਇੰਟਿਸਟ, ਸਾਡੇ ਸ਼ਹਿਰ ਦੇ ਸਾਇੰਟਿਸਟ, ਸਾਡੇ ਆਪਣੇ ਪੰਜਾਬ ਦੇ ਸਾਇੰਟਿਸਟ, ਤੇ ਇੱਕ ਜਿਹੜਾ ਸਿਸਟਮ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਕਿ ਕਾਰਪੋਰੇਟ ਜਿਹੜਾ ਆ ਉਹ ਇਸ ਸਾਰੀ ਚੀਜ਼ ਨੂੰ ਕੰਟਰੋਲ ਕਰੇ। ਤੇ ਉਹ ਕਿਸ ਤਰ੍ਹਾਂ ਜਿਹੜੀਆਂ ਰੁਕਾਵਟਾਂ ਹੈਗੀਆਂ ਤੁਹਾਡੇ ਰਸਤੇ 'ਚ ਪਾਈਆਂ ਗਈਆਂ, ਉਹਦੇ ਬਾਰੇ ਦੱਸੋ। ਉਹ ਰੁਕਾਵਟਾਂ ਇਹ ਬੜੇ ਹੀ ਤਰੀਕੇ ਨਾਲ ਪਾਉਂਦੇ ਆ। ਇਹਨਾਂ ਦੀਆਂ ਤੁਸੀਂ ਚਿੱਠੀਆਂ ਪੜ੍ਹੋ ਨਾ, ਮੈਨੂੰ ਚਿੱਠੀਆਂ ਆਉਂਦੀਆਂ ਮਿਨਿਸਟਰੀ ਕੋਲ, ਮੈਨੂੰ ICMR ਨਾਲ ਵੀ ਮੈਂ ਡੀਲ ਕੀਤਾ। ਮੇਰੇ ਕੋਲ ICMR ਦਾ ਇੱਕ ਡਾਕੂਮੈਂਟ ਵੀ, ਉੱਤੇ ਇੱਕ ਨੰਬਰ ਵੀ ਲੱਗਾ ਹੋਇਆ। ਉਹ ਨੰਬਰ ਇੱਕ ਪਾਸਵਰਡ ਆ। ਉਹ ਪਾਸਵਰਡ ਜਿਹੜਾ ਉਹ ਪਾਸਵਰਡ ਦੇ ਅੰਦਰ ਇੱਕ ਪੂਰਾ ਡਾਕੂਮੈਂਟ ਪਿਆ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਡਾਟਾਬੇਸ 'ਚ ਪਿਆ। ਉਹ WHO ਕੋਲ ਵੀ ਹੈ, ਉਹ WHO ਦੀ ਪ੍ਰਾਪਰਟੀ ਹੈ ਅਸਲ ਦੇ ਵਿੱਚ। ਅਗਰ ਉਹ ਡਾਕੂਮੈਂਟ ਕਿਤੇ ਜ਼ਾਹਰ ਹੋ ਜਾਏ ਨਾ, ਇਹ WHO ਤੇ ICMR ਔਰ ਇਹ ਸਰਕਾਰਾਂ ਨੰਗੀਆਂ ਹੋ ਜਾਣਗੀਆਂ। ਇਹਨਾਂ ਦਾ ਜਿਹੜਾ ਸਾਰਾ ਹੀਜ ਪਿਆ ਜਾ ਇਹ ਨੰਗਾ ਹੋ ਜਾਏਗਾ। ਲੋਕਾਂ ਨੂੰ ਪਤਾ ਚੱਲ ਜਾਏਗਾ ਕਿ ਇਹ ਹਥਿਆਰੇ ਨੇ ਇਨਸਾਨੀਅਤ, ਇਹਨਾਂ ਨੇ ਕਤਲੇਆਮ ਕੀਤਾ ਲੋਕਾਂ ਦਾ। ਔਰ ਉਹਦੇ ਵਿੱਚ ਕੀ ਹੁੰਦਾ, ਬੜੇ ਪਿਆਰ ਨਾਲ ਤੁਹਾਡੇ ਕੋਲ ਇਹ ਚੀਜ਼ ਡਾਕੂਮੈਂਟ ਮੰਗਦੇ ਨੇ, ਐਸੀਆਂ ਚੀਜ਼ਾਂ ਮੰਗਦੇ ਨੇ। GMP ਮੰਗਣਗੇ, ਫਿਰ GLP ਮੰਗਣਗੇ, ਫਿਰ GCP। ਤੁਹਾਨੂੰ ਪਤਾ ਚੱਲਦਾ 2-2.5 ਹਜ਼ਾਰ ਕਰੋੜ ਰੁਪਏ ਦਾ ਤੁਹਾਡੇ ਕੋਲ ਇਨਫਰਾ ਨੇ ਮੰਗ ਲਿਆ। ਬੰਦਾ ਪੁੱਛਦਾ ਕਿ ਮੈਂ ਤੇ ਸਾਇੰਟਿਸਟ ਹਾਂ, ਮੈਂ ਤਾਂ ਦਵਾਈਆਂ ਦੀਆਂ ਖੋਜਾਂ ਕਰਦਾ। ਹਜ਼ਾਰਾਂ ਕਰੋੜ ਸਾਇੰਟਿਸਟਾਂ ਕੋਲ ਹੁੰਦੇ ਕਿੱਥੇ ਆ? ਸਾਇੰਟਿਸਟ ਆਉਂਦੇ ਵਿਚਾਰੇ ਗਰੀਬ ਘਰਾਂ 'ਚੋਂ ਜਾਂ ਮਿਡਲ ਕਲਾਸ ਫੈਮਲੀਆਂ ਤੋਂ। ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲਾਂ ਦਿੱਤੀਆਂ, ਅਲੈਗਜ਼ੈਂਡਰ ਫਲੈਮਿੰਗ ਨੇ ਪੈਨਸਿਲਿਨ ਦੀ ਖੋਜ ਕੀਤੀ ਹੈ, ਲੈਬੋਰੇਟਰੀ ਟੈਕਨੀਸ਼ੀਅਨ ਸੀ। ਥਾਮਸ ਐਲਵਾ ਐਡੀਸਨ ਦੇ ਬਾਰੇ ਅਸੀਂ ਜਾਣਦੇ ਹਾਂ, ਵਿਚਾਰਾ ਸਕੂਲੇ ਪੜ੍ਹ ਵੀ ਨਹੀਂ ਸਕਿਆ। ਔਰ ਗ੍ਰੈਗਰ ਮੈਂਡਲ ਤਾਂ ਮਾਲੀ ਸੀ ਇੱਕ ਸਕੂਲ, ਚਰਚ ਦੇ ਸਕੂਲ ਵਿੱਚ। ਤੇ ਸਾਇੰਟਿਸਟ ਤੇ ਗਰੀਬ ਘਰਾਂ 'ਚੋਂ ਹਜ਼ਾਰਾਂ ਕਰੋੜ ਕਿੱਥੋਂ ਲੈ ਕੇ ਆਉਣਗੇ? ਫਿਰ 20-25 ਹਜ਼ਾਰ ਕਰੋੜ ਰੁਪਏ ਦਾ ਪ੍ਰੋਟੋਕਾਲ ਦੱਸ ਦਿੰਦੇ ਆ। ਹੁਣ ਦਿੱਕਤ ਇੱਥੇ ਇਹ ਹੁੰਦੀ ਆ ਕਿ ਸਾਇੰਟਿਸਟ ਕੋਲ ਤਾਂ 20-25 ਹਜ਼ਾਰ ਕਰੋੜ ਰੁਪਈਆ ਹੈ ਨਹੀਂ, ਉਹਦੇ ਕੋਲੋਂ ਮੰਗਿਆ ਜਾ ਰਿਹਾ। ਕਾਰਪੋਰੇਟ ਘਰਾਣਿਆਂ ਕੋਲੋਂ ਸਾਰਾ ਕੁਝ ਹੈਗਾ, ਉਹਨਾਂ ਨੂੰ ਕਲਾਸ 80 ਸਬ ਕਲਾਸ 7 ਐਂਡ 8 ਦੇ ਇਹ ਵਿੱਚ ਮਨਜ਼ੂਰ ਕਰ ਦਿੱਤਾ ਜਾਂਦਾ। ਉਹਨਾਂ ਕੋਲ 5 ਪੈਸੇ ਵੀ ਨਹੀਂ ਉਹਨਾਂ ਕੋਲ ਮੰਗੇ ਜਾਂਦੇ, ਔਰ ਉਹਨਾਂ ਨੂੰ ਕਲੀਅਰੈਂਸ ਮਿਲ ਜਾਂਦੀ ਹੈ। ਉਹ ਚੋਰ ਖਿੜਕੀ ਰੱਖੀ ਹੋਈ ਹੈ, ਸਾਨੂੰ ਵੀ ਚੋਰ ਖਿੜਕੀ ਰਾਹੀਂ ਅੰਦਰ ਕੱਢ ਦਿੰਦੇ, ਸਾਡੇ ਤੇ ਵੀ ਉਹ ਸ਼ਰਤਾਂ ਲਾਗੂ ਕਰ ਦਿੰਦੇ। ਅਸੀਂ ਇੰਨੀਆਂ ਗਊ ਮਾਤਾ ਨੂੰ ਮਾਰਨ ਤੋਂ ਬਚਾ ਲੈਂਦੇ। ਇਸ ਮੁਲਕ ਦੇ ਵਿੱਚ, ਸਨਾਤਨ ਧਰਮੀ ਮੁਲਕ ਦੇ ਵਿੱਚ 3 ਲੱਖ ਗਊਆਂ ਦੀ ਹੱਤਿਆ ਕਰ ਦਿੱਤੀ ਸਿਸਟਮ ਨੇ। ਇਹ ਜਿਹੜੀ ਗੱਲ ਹੈਗੀ ਆ, ਇੱਥੇ ਤੇ ਗਊ ਦੇ ਨਾਂ ਦੇ ਉੱਤੇ ਸਿਆਸਤ ਹੁੰਦੀ ਹੈ, ਗਊ ਦੇ ਨਾਂ ਦੇ ਉੱਤੇ ਵੋਟਾਂ ਲਈਆਂ ਜਾਂਦੀਆਂ। ਉਹੋ ਹੀ ਸਰਕਾਰ, ਉਹੋ ਹੀ ਸਿਸਟਮ ਗਊਆਂ ਦੀ ਹੱਤਿਆ ਕਰ ਦਿੰਦਾ। ਇਹ ਜਿਹੜੀ ਗੱਲ ਹੋਈ ਆ, ਇਹ ਸਾਡੇ ਦੇਸ਼ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਵਾਲੀ ਗੱਲ ਆ। ਫਿਰ ਇਹ ਕਰੋਨਾ ਦੇ ਵਿੱਚ ਸਾਡੇ ਬੱਚਿਆਂ ਦੀ ਹੱਤਿਆ ਹੁੰਦੀ ਹੈ। ਸਾਡੇ 5 ਲੱਖ ਲੋਕ ਔਨ ਰਿਕਾਰਡ ਮਾਰ ਦਿੱਤੇ ਜਾਂਦੇ ਆ, ਆਫ ਦਾ ਰਿਕਾਰਡ 50 ਲੱਖ ਲੋਕ ਮਾਰ ਦਿੱਤੇ ਜਾਂਦੇ ਆ। ਸਾਡੀਆਂ ਹੀ ਸਰਕਾਰਾਂ ਸਾਡੇ ਹੀ ਟੈਕਸ ਤੇ ਪਲਦੀਆਂ ਨੇ, ਸਾਡੇ ਹੀ ਪੈਸੇ ਤੇ ਪਲਦੀਆਂ ਨੇ, ਔਰ ਸਾਡੇ ਹੀ ਬੱਚਿਆਂ ਦੀ ਹੱਤਿਆ ਕਰਦੀ, ਸਾਡੀ ਗਊ ਮਾਤਾ ਦੀ ਹੱਤਿਆ ਕਰਦੀ ਹੈ। ਇਸ ਸਿਸਟਮ ਨੂੰ, ਇਹਨਾਂ ਸਰਕਾਰਾਂ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ। ਜੀ ਮਤਲਬ ਜਿਹੜਾ ਸੌਖੀ ਭਾਸ਼ਾ 'ਚ ਇਹਨਾਂ ਦੇ ਕਹਿਣ ਦਾ ਮਤਲਬ ਹੈਗਾ ਕਿ ਕੁਝ ਇਸ ਤਰ੍ਹਾਂ ਦੇ ਪ੍ਰੋਟੋਕੋਲ ਔਰ ਪ੍ਰੋਸੀਜਰ ਇਸ ਤਰ੍ਹਾਂ ਦੇ ਲਾਤੇ ਹੈਗੇ ਆ, ਜਿਹਦੇ ਲਈ ਜਿਸ ਤਰ੍ਹਾਂ ਨੇ ਨਾਂ ਲਏ ਆ ਕਈ ਸਾਰੇ, ਮੈਂ ਉਹ ਸਾਇੰਟਿਸਟ ਨਹੀਂ ਹੈਗਾ, ਉਸ ਤਰ੍ਹਾਂ ਨਹੀਂ ਮੈਂ ਗੱਲ ਕਰ ਪਾਊਂਗਾ। ਪਰ ਇੱਕ ਸਟੇਜ ਆ, ਉਹ ਪਾਰ ਕਰਨ ਲਈ ਤੁਹਾਨੂੰ ਇੱਕ ਜ਼ਮਾਨਤ ਦੇਣੀ ਪੈਂਦੀ ਹੈ, ਉਹਦੇ ਕੁਝ ਕਰੋੜ ਰੁਪਏ, ਹਜ਼ਾਰਾਂ ਕਰੋੜ, ਉਹਦੇ ਕੁਝ ਕਰੋੜ ਰੁਪਏ ਹੈਗੇ ਆ। ਫਿਰ ਅਗਲੀ ਸਟੇਜ ਆਉਂਦੀ ਆ, ਉੱਥੇ ਫਿਰ ਇੱਕ ਜ਼ਮਾਨਤ ਦੇਣੀ ਪੈਂਦੀ ਹੈ, ਜਾਂ ਉਹਦੇ ਉੱਤੇ ਖਰਚਾ ਹੁੰਦਾ ਉਹ ਟਰਾਇਲ ਨੂੰ ਅੱਗੇ ਕਰਨ ਦੇ ਲਈ, ਸਾਇੰਟਿਫਿਕ ਟਰਾਇਲ ਕਰਨ ਲਈ, ਕਲੀਨਿਕਲ ਟਰਾਇਲ ਕਰਨ ਲਈ, ਜਾਂ ਹਿਊਮਨ ਟਰਾਇਲ ਕਰਨ ਲਈ। 20-25 ਹਜ਼ਾਰ ਕਰੋੜ ਜੀ 20-25 ਹਜ਼ਾਰ ਕਰੋੜ ਜਿਹੜਾ ਇੱਕ ਸਾਇੰਟਿਸਟ ਜਿਹੜਾ ਹੈਗਾ ਆ, ਆਪਣੀ ਰਸੋਈ 'ਚ ਜਾਂ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਲੈ ਕੇ ਉਹ ਦਵਾਈ ਤਿਆਰ ਕਰ ਰਿਹਾ ਆ, ਆਪਣੇ ਆਲੇ ਦੁਆਲੇ ਦੇ ਸਿਸਟਮ ਤੋਂ ਹੀ ਲੈ ਕੇ ਦਵਾਈ ਤਿਆਰ ਕਰ ਰਿਹਾ। ਔਰ ਜਿਸ ਤਰ੍ਹਾਂ ਅਸੀਂ ਸੁਣਦੇ ਹੀ ਰਹਿੰਦੇ ਹਾਂ ਕਿ ਜਿਹੜੀ ਦਵਾਈ ਦੀ ਮੂਲ ਕੀਮਤ ਆ, ਕੁਝ ਪੈਸੇ ਜਾਂ ਕੁਝ ਰੁਪਏ ਬਹੁਤ ਘੱਟ ਹੁੰਦੀ ਆ। ਦਵਾਈਆਂ ਦੀ ਖੋਜ ਦੀ ਵੀ ਕੋਈ ਕੀਮਤ ਨਹੀਂ ਹੁੰਦੀ। ਦਵਾਈਆਂ ਦੀਆਂ ਖੋਜਾਂ ਸਾਇੰਟਿਸਟ ਦੇ ਦਿਮਾਗ ਦੇ ਅੰਦਰ ਹੁੰਦੀਆਂ ਨੇ, 3 ਸਕਿੰਟ 'ਚ ਖੋਜ ਹੋ ਜਾਂਦੀ ਹੈ, 2 ਰੁਪਏ ਨਹੀਂ ਲੱਗਦੇ। ਸੋ ਜਿਹੜਾ ਇਹ ਸਾਰਾ ਸਿਸਟਮ ਹੈਗਾ, ਉਹ ਦਵਾਈ ਦੀ ਖੋਜ ਤਾਂ ਫ੍ਰੀ 'ਚ ਹੋ ਗਈ ਜਾਂ ਸਸਤੀ ਹੋ ਗਈ, ਲੇਕਿਨ ਉਹਨੂੰ ਕਿੱਦਾਂ ਕੁਝ ਲੋਕਾਂ ਦੇ ਕਬਜ਼ੇ 'ਚ ਕਰ ਦੇਣਾ ਹੈਗਾ, ਉਸ ਲਈ ਪ੍ਰੋਟੋਕੋਲ ਜਿਹੜੇ ਆ ਇੰਨੇ ਮਹਿੰਗੇ ਬਣਾ ਦਿੱਤੇ ਗਏ ਆ। ਲੇਕਿਨ ਡਾਕਟਰ ਸਾਹਿਬ, ਇੱਥੇ ਇੱਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ। ਤੁਹਾਡੀ ਗੱਲ ਮੈਂ ਮੰਨ ਲੈਣਾ ਕਿ ਜਿਹੜਾ ਇੰਨੇ ਸਾਰੇ ਟਰਾਇਲ ਔਰ ਇੰਨੀਆਂ ਜ਼ਿਆਦਾ ਉਹਦੇ ਉੱਤੇ ਕਮੇਟੀਆਂ ਜਾਂ ਇੰਨੇ ਉਹਦੇ 'ਚ ਰਸਤੇ 'ਚ ਉਹਨਾਂ ਨੇ ਬੈਰੀਅਰ ਲਾਤੇ ਆ ਕਿ ਦਵਾਈ ਬਣਨ ਤੋਂ ਪਹਿਲਾਂ ਉਹਨੂੰ ਹਜ਼ਾਰਾਂ ਟਰਾਇਲਸ 'ਚੋਂ ਜਾਣਾ ਪੈਂਦਾ ਆ, ਜਿਹਦੇ ਕਰਕੇ ਬਹੁਤ ਸਾਰੇ ਪੈਸੇ ਖਰਚ ਹੁੰਦੇ ਆ। ਲੇਕਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਿਸ਼ਵ ਭਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਆ ਕਿ ਜਿਹੜੀਆਂ ਕਾਰਪੋਰੇਟ ਕੰਪਨੀਆਂ ਜਾਂ ਜਿਹੜੀਆਂ ਦਵਾਈਆਂ ਬਣਾਉਣ ਵਾਲੇ ਲੋਕ ਨੇ, ਉਹ ਜਦੋਂ ਦਵਾਈ ਬਣਾਉਂਦੇ ਆ ਤਾਂ ਉਹ ਕਈ ਵਾਰ ਹਿਊਮਨ ਕੰਜ਼ੰਪਸ਼ਨ ਦੇ ਲਈ ਠੀਕ ਨਹੀਂ ਹੁੰਦੀਆਂ, ਜਾਂ ਟਰਾਇਲ ਸਹੀ ਤਰੀਕੇ ਨਾਲ ਨਹੀਂ ਲਏ ਜਾਂਦੇ, ਜਿਹਦੇ ਕਰਕੇ ਜਿਹੜੀ ਆ ਕੈਜੁਅਲਟੀਜ਼ ਹੋ ਜਾਂਦੀਆਂ ਨੇ। ਅਸੀਂ ਕਰੋਨਾ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੀਆਂ ਹੈਗੀਆਂ ਆ। ਔਰ ਰੀਸੈਂਟਲੀ ਜਿਹੜਾ ਯੁਗਾਂਡਾ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਆ, ਸਾਡੇ ਉਹਦੇ 'ਚ ਇੰਡੀਆ ਦੀ ਬਦਨਾਮੀ ਵੀ ਹੋਈ ਆ। ਆਪਣੇ ਹਰਿਆਣੇ ਦੀ ਜਿਹੜੀ ਇੱਕ ਕੰਪਨੀ ਆ, ਜਿਹਦੇ ਸਿਰਫ ਪੀਣ ਦੇ ਨਾਲ
ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਗਈ ਤੇ ਉਹਦੇ ਕਰਕੇ ਜਿਹੜੀ ਸਾਡੀ ਬਦਨਾਮੀ ਵੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ। ਸੋ ਕੁਝ ਲੋਕਾਂ ਦਾ ਇਹ ਕਹਿਣਾ ਹੋਊਗਾ ਕਿ ਉਹ ਪ੍ਰੋਸੀਜਰ ਉਹ ਸਾਰੀ ਜਿਹੜਾ ਸੇਫਟੀ ਨੈਟ ਆ, ਇੱਕ ਤਰ੍ਹਾਂ ਸੇਫਟੀ ਨੈਟ ਦਾ ਕੰਮ ਕਰਦਾ ਆ। ਸ਼ਾਇਦ ਉਹ WHO ਉਹ ਚਾਹੁੰਦਾ ਹੈਗਾ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ, ਕੋਈ ਜਿਹੜੇ ਮਿਸਯੂਜ਼ ਕਰਨ ਵਾਲੇ ਆ ਪਾਵਰਾਂ ਨੂੰ ਜਾਂ ਅਥਾਰਟੀ ਨੂੰ, ਉਹ ਕਿਤੇ ਟਰਾਇਲਸ ਦਾ ਜਿਹੜਾ ਫ੍ਰੀ ਹੋ ਕੇ, ਜਿੱਦਾਂ ਟਰਾਇਲ ਤੋਂ ਮੁਕਤ ਹੋ ਕੇ ਜਾਂ ਇਹਨਾਂ ਸਖਤੀਆਂ ਤੋਂ ਮੁਕਤ ਹੋ ਕੇ ਕਿੱਦਾਂ ਮਿਸਯੂਜ਼ ਨਾ ਕਰਨ ਔਰ ਲੋਕਾਂ ਉਹ ਇਸ ਤਰ੍ਹਾਂ ਮੁਨਾਫਾ ਕਮਾਉਣ ਲਈ ਇਸ ਤਰ੍ਹਾਂ ਦੀਆਂ ਦਵਾਈਆਂ ਨਾ ਬਣਾਉਣ ਲੱਗ ਜਾਣ ਜਿਨ੍ਹਾਂ ਨਾਲ ਜਾਨ ਨੂੰ ਖਤਰਾ ਹੋ ਜਾਏ ਲੋਕਾਂ ਦੀ। ਦੇਖੋ, ਇਹ ਤੁਸੀਂ 2 ਸਵਾਲ ਕਰਤੇ ਮੈਨੂੰ ਜੀ। ਪਹਿਲਾ ਸਵਾਲ ਕਿ ਉਹ ਕਫ ਸਿਰਪ ਪੀਣ ਦੇ ਨਾਲ ਲੋਕਾਂ ਦੀਆਂ ਮੌਤਾਂ ਹੋ ਗਈਆਂ ਜੀ। ਹੁਣ ਮੈਂ ਤੁਹਾਨੂੰ ਦੱਸਦਾ ਕਫ ਸਿਰਪ 'ਚ ਹੁੰਦਾ ਕੀ ਹੈ। ਕਫ ਸਿਰਪ 'ਚ ਇੱਕ ਨਸ਼ੇ ਦੀ ਦਵਾਈ ਹੁੰਦੀ ਹੈ, ਹਲਕਾ ਜਿਹਾ ਨਸ਼ਾ, ਨਾਲ ਹੁੰਦੀ ਹੈ ਖੰਡ। ਹੁਣ ਦੱਸੋ, ਖੰਡ ਪੀਣ ਨਾਲ ਬੰਦਾ ਕੋਈ ਮਰ ਜਾਂਦਾ ਹੈ ਜਾਂ ਹਲਕੇ ਜਿਹੇ ਨਸ਼ੇ ਦੀ ਦਵਾਈ ਨਾਲ ਕੋਈ ਬੰਦਾ ਮਰ ਜਾਂਦਾ? ਉਹਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਆ, ਉਹਦੇ ਬਾਰੇ ਮੈਂ ਟਿੱਪਣੀ ਵੀ ਨਹੀਂ ਕਰਾਂਗਾ। ਦੂਜੀ ਗੱਲ ਰਹੀ ਕਿ ਜਿਹੜੇ ਲੰਬੇ ਚੌੜੇ ਪ੍ਰੋਟੋਕਾਲ ਬਣਾਏ ਜਾਂਦੇ ਆ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਨਾ ਹੋਣ, ਉਹ ਲੰਬੇ ਚੌੜੇ ਪ੍ਰੋਟੋਕਾਲ ਦੇ ਮੇਰੇ ਵਰਗੇ ਗਰੀਬ ਸਾਇੰਟਿਸਟਾਂ ਨੂੰ ਰੋਕਣ ਵਾਸਤੇ ਬਣਾਏ ਜਾਂਦੇ ਆ। ਕਾਰਪੋਰੇਟ ਘਰਾਣਿਆਂ ਵਾਸਤੇ ਤਾਂ ਕੋਈ ਪ੍ਰੋਟੋਕਾਲ ਹੀ ਨਹੀਂ ਹੈਗਾ। ਉਹਨਾਂ ਵਾਸਤੇ ਤੇ ਚੋਰ ਦਰਵਾਜ਼ਾ ਰੱਖਿਆ ਹੋਇਆ, ਕਲਾਸ 80 ਸਬ ਕਲਾਸ 7 ਐਂਡ 8, ਕਲਾਸ 75 ਸਬ ਕਲਾਸ 7, ਇਹ ਉਹਨਾਂ ਵਾਸਤੇ ਤੇ ਕਲਾਸਾਂ ਰੱਖੀਆਂ ਹੋਈਆਂ, ਉਹਨਾਂ ਵਾਸਤੇ ਤੇ ਚੋਰ ਦਰਵਾਜ਼ੇ ਰੱਖੇ ਹੋਏ ਆ। ਉਹਨਾਂ ਵਾਸਤੇ ਤਾਂ ਕੋਈ ਵੀ 25,000 ਕਰੋੜ ਦਾ ਪ੍ਰੋਟੋਕਾਲ ਨਹੀਂ ਹੈਗਾ। ਉਹਨਾਂ ਵਾਸਤੇ ਤਾਂ ਕੋਈ ਰੈਮਡੇਸਿਵੀਰ ਮਨਜ਼ੂਰ ਹੋਈ, ਰੈਮਡੇਸਿਵੀਰ ਵਾਲਿਆਂ ਕੋਲ ਕਿਹੜਾ ਡਾਕੂਮੈਂਟ ਸੀਗਾ? ਹੈ ਖੁਦ WHO ਨੇ ਮੰਨਿਆ ਕਿ ਇਹ ਦਵਾਈ ਕਰੋਨਾ ਦੇ ਉੱਤੇ ਕੰਮ ਹੀ ਨਹੀਂ ਕਰਦੀ ਹੈ। ਦੂਜੇ ਪਾਸੇ ਫੈਵੀਪੀਰਾਵਾਰ ਵਾਸਤੇ ਵੀ ਉਹਨਾਂ ਨੇ ਮੰਨਿਆ। ਸੌਮੀਆ ਸਵਾਮੀਨਾਥਨ ਖੁਦ ਆ ਕੇ ਉਹ ਕਰਦੀ ਹੈ, ਪ੍ਰੈਸ ਕਾਨਫਰੰਸ ਕਰਦੀ ਹੈ 12 ਅਕਤੂਬਰ 2020 ਨੂੰ, ਫਿਰ ਦੁਬਾਰਾ ਕਾਨਫਰੰਸ ਕਰਦੀ ਹੈ 12 ਅਪ੍ਰੈਲ 2021 ਨੂੰ ਕਿ ਇਹ ਰੈਮਡੇਸਿਵੀਰ, ਫੈਵੀਪੀਰਾਵਿਰ, ਟੋਸਲੀਜ਼ਮਾਬ, ਆਈਵਰਮੈਕਟਿਨ ਇਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਇਹਨਾਂ ਦਾ ਇਸਤੇਮਾਲ ਬੰਦ ਕੀਤਾ ਜਾਏ। ਉਹਨਾਂ ਵਾਸਤੇ ਤਾਂ ਕੋਈ ਪ੍ਰੋਟੋਕਾਲ ਹੀ ਨਹੀਂ ਹੈ, ਕੋਈ ਡਾਕੂਮੈਂਟ ਹੀ ਨਹੀਂ ਹੈ। ਦੂਜੇ ਹਿੰਦੁਸਤਾਨ ਵਿੱਚ ਇੱਕ ਵੈਕਸੀਨ ਮਨਜ਼ੂਰ ਹੁੰਦੀ ਹੈ ਜਨਵਰੀ 2021 ਦੇ ਵਿੱਚ, ਉਹਦੇ ਡਾਕੂਮੈਂਟ ਜਾ ਕੇ ਪੇਸ਼ ਕੀਤੇ ਜਾਂਦੇ ਨੇ ਸਤੰਬਰ ਦੇ ਵਿੱਚ। 8 ਮਹੀਨੇ ਉਹ ਬਿਨਾਂ ਡਾਕੂਮੈਂਟਾਂ ਦੇ ਵਿਕ ਰਹੀ ਸੀ, ਉਹਨੂੰ ਮੇਰੇ ਬਿਨਾਂ ਡਾਕੂਮੈਂਟਾਂ ਦੇ ਮਨਜ਼ੂਰੀਆਂ ਮਿਲੀਆਂ ਹੋਈਆਂ ਸੀ। ਉਹਨਾਂ ਨੂੰ ਤਾਂ ਕੋਈ ਇਹ ਡਾਕੂਮੈਂਟ ਨਹੀਂ ਪੁੱਛਦੇ, ਕੋਈ ਪ੍ਰੋਟੋਕਾਲ ਨਹੀਂ ਪੁੱਛਦੇ। ਕਾਰਪੋਰੇਟ ਘਰਾਣਿਆਂ ਵਾਸਤੇ ਤੇ 2 ਰੁਪਏ ਦਾ ਪ੍ਰੋਟੋਕਾਲ ਨਹੀਂ ਹੈਗਾ। ਇਹ 25,000 ਕਰੋੜ ਦਾ ਪ੍ਰੋਟੋਕਾਲ ਸਾਡੇ ਵਰਗੇ ਭੁੱਖਿਆਂ ਨੰਗਿਆਂ ਵਾਸਤੇ ਆ ਕਿ ਇਹ ਨਾ ਕਿਤੇ ਆ ਜਾਣ, ਇਹ ਦਵਾਈਆਂ ਕਿਤੇ ਸਸਤੀਆਂ ਨਾ ਹੋ ਜਾਣ, ਲੋਕਾਂ ਨੂੰ ਸਸਤੀਆਂ ਨਾ ਮਿਲ ਜਾਣ, ਲੋਕਾਂ ਦੀਆਂ ਜਾਨਾਂ ਨਾ ਬਚ ਜਾਣ, ਮਾਸ ਜਿਹੜੀ ਕੀ ਕਹਿੰਦੇ ਹੁੰਦੇ ਡਰੱਗ ਅਵੇਲੇਬਿਲਟੀ ਨਾ ਹੋ ਜੇ। ਇਸ ਕਰਕੇ ਇਹ ਚਾਹੁੰਦੇ ਆ ਕਿ ਕਾਰਪੋਰੇਟ ਘਰਾਣੇ ਦੁਨੀਆ ਨੂੰ ਇਵੇਂ ਹੀ ਲੁੱਟਦੇ ਰਹਿਣ, ਦੁਨੀਆ ਨੂੰ ਗੁਲਾਮ ਬਣਾ ਕੇ ਰੱਖਣ। ਜਿਵੇਂ ਇੱਕ ਈਸਟ ਇੰਡੀਆ ਕੰਪਨੀ ਆ, ਇਹ ਸਾਰਾ ਦੇਸ਼ ਗੁਲਾਮ ਬਣਾਤਾ ਹੈ ਇਹਨਾਂ ਨੇ। ਤੇ ਕੁਝ ਚੰਦ ਘਰਾਣੇ ਇੰਟਰਨੈਸ਼ਨਲ ਲੈਵਲ ਤੇ ਪਾਲੇ ਹੋਏ ਨੇ, ਇੰਟਰਨੈਸ਼ਨਲ ਲੈਵਲ। ਜੀ। ਸੋ ਇਹ ਗੰਭੀਰ ਗੱਲਾਂ ਨੇ। ਮਤਲਬ ਇਹਨਾਂ ਦੇ ਕਹਿਣ ਦਾ ਹੈਗਾ ਕਿ ਇੱਕੋ ਕੰਮ ਲਈ 2 ਅਲੱਗ ਪ੍ਰੋਸੀਜਰ ਨੇ। ਜੇ ਕੋਈ ਆਮ ਬੰਦਾ, ਆਮ ਸਾਇੰਟਿਸਟ ਜੇ ਕੋਈ ਖੋਜ ਕਰਦਾ ਹੈਗਾ ਆ, ਉਹਦੇ ਲਈ ਹਜ਼ਾਰਾਂ ਹੀ ਪਾਬੰਦੀਆਂ ਨੇ, ਹਜ਼ਾਰਾਂ ਹੀ ਟਰਾਇਲ ਨੇ, ਤੇ ਜਦੋਂ ਉਹੀ ਖੋਜ ਕੋਈ ਕਾਰਪੋਰੇਟ ਕਰਨ ਲੱਗ ਜਾਵੇ ਤਾਂ ਉਹਦੇ ਲਈ ਚੋਰ ਮੋਰੀਆਂ ਨੇ, ਚੋਰ ਦਰਵਾਜ਼ੇ ਨੇ। ਸੋ ਇਹਨਾਂ ਦਾ ਮੇਰੇ ਖਿਆਲ 'ਚ ਇਸ ਖਿਲਾਫ ਜਿਹੜਾ ਗੁੱਸਾ, ਜਿਹੜੀ ਨਾਰਾਜ਼ਗੀ ਇਹਨਾਂ ਦੀ ਨਜ਼ਰ ਵੀ ਆ ਰਹੀ ਹੈ, ਉਹ ਉਸ ਸਿਸਟਮ ਦੇ ਉੱਪਰ ਹੈਗੀ ਆ। ਸੋ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਕਿ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਤੋਂ, ਵੀ ਸਰਕਾਰ ਕੀ ਕਰੇ ਤੇ ਇਹਦਾ ਹੱਲ ਕੀ ਹੈਗਾ? ਸਰਕਾਰ ਕੋਲੋਂ ਮੈਂ ਇੰਨਾ ਚਾਹੁੰਦਾ, ਇਹੋ ਹੀ ਗੱਲ ਚਾਹੁੰਦਾ ਵਾਂ ਕਿ ਜਿਹੜੀ ਦਵਾਈ ਦੀ ਮੈਂ ਗੱਲ ਕਰ ਰਿਹਾ, ਜਿਹਨੂੰ ਪੰਜਾਬ ਗਵਰਨਮੈਂਟ ਡਿਪਾਰਟਮੈਂਟ ਆਫ ਆਯੁਰਵੇਦ ਮਨਜ਼ੂਰੀ ਵੀ ਦੇ ਚੁੱਕੀ ਹੈ ਐਲਪਰੋਸੈਕਸਨ ਨਾਂ ਦੇ ਉੱਤੇ, ਉਹ ਜਿਹੜੀ ਦਵਾਈ ਆ, ਹੋ ਸਕਦਾ ਮੈਂ ਝੂਠ ਬੋਲ ਰਿਹਾ ਹੋਵਾਂ ਕੈਮਰੇ ਤੇ ਆ ਕੇ, ਤੁਸੀਂ ਮੇਰੀ ਦਵਾਈ ਦਾ ਟਰਾਇਲ ਲਾ ਲਓ ਯਾਰ। ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ, ਹੱਥ ਕੰਗਣ ਕੋ ਆਰਸੀ ਕਿਹਾ, ਪੜ੍ਹੇ ਲਿਖੇ ਕੋ ਫਾਰਸੀ ਕਿਹਾ। ਅਗਰ ਮੇਰੀ ਦਵਾਈ 'ਚ ਕੋਈ ਦਮ ਨਾ ਹੋਏਗਾ, ਮੈਨੂੰ ਚੱਕ ਕੇ ਜੇਲ੍ਹ 'ਚ ਮਾਰ ਦਿਓ। ਗਵਰਨਮੈਂਟ ਕੋਲ 30-35 ਵੈਟਰਨਰੀ ਯੂਨੀਵਰਸਿਟੀਆਂ ਨੇ, ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਕਰਨਾਲ 'ਚ ਬੈਠਾ, ਪਤਾ ਨਹੀਂ ਕਿੰਨੇ ਕੁ ਇੰਸਟੀਚਿਊਟ ਹੋਰ ਬੈਠੇ ਨੇ। ਕੋਈ ਇੱਕ ਇੰਸਟੀਚਿਊਟ ਨੂੰ ਕਹਿ ਦਿਓ ਮੇਰੀ ਦਵਾਈ ਚੈੱਕ ਕਰ ਲੈਣ। ਅਗਰ ਉਹ ਕੰਮ ਨਹੀਂ ਕਰਦੀ ਤਾਂ ਮੈਨੂੰ ਚੱਕ ਕੇ ਮਾਰਨ ਜੇਲ੍ਹ ਦੇ ਵਿੱਚ। ਨਹੀਂ ਤਾਂ ਇਹ ਜਿਹੜੇ ਸਾਇੰਟਿਸਟਾਂ ਤੇ ਪਾਬੰਦੀਆਂ ਲੱਗੀਆਂ, ਖੋਜ ਕਰਨ ਦਾ ਅਧਿਕਾਰ ਉਹਨਾਂ ਕੋਲ ਖੋਇਆ ਗਿਆ, ਉਹਨਾਂ ਨੂੰ ਵਾਪਸ ਦਿਓ। ਇਹ ਦੁਨੀਆ ਦੀਆਂ ਸਾਰੀਆਂ ਖੋਜਾਂ ਸੋਲੀਟਰੀ ਇਨਵੈਂਟਰਸ ਨੇ ਕੀਤੀਆਂ, ਉਹਨਾਂ ਪਿੱਛੇ ਕੋਈ ਕਾਰਪੋਰੇਟ ਘਰਾਣਾ ਨਹੀਂ ਹੁੰਦਾ, ਕੋਈ ਸਰਕਾਰ ਨਹੀਂ ਖੜੀ ਹੁੰਦੀ, ਕੋਈ ਜਥੇਬੰਦੀ ਨਹੀਂ ਖੜੀ ਹੁੰਦੀ। ਉਹਨਾਂ ਨੂੰ ਹੱਕ ਮਿਲਣੇ ਚਾਹੀਦੇ ਆ ਖੋਜਾਂ ਕਰਨ ਦੇ, ਔਰ ਜਿਹੜੀਆਂ ਇਨਸਾਨੀਅਤ ਮਰ ਰਹੀ ਆ ਉਹਨਾਂ ਨੂੰ ਬਚਾਉਣਾ ਚਾਹੀਦਾ। ਸਸਤੀਆਂ ਦਵਾਈਆਂ ਹੁਣ ਤੱਕ ਜਾਣਗੀਆਂ, ਸਾਡੇ ਵਰਗੇ ਸਾਇੰਟਿਸਟ ਲੈ ਕੇ ਆਉਣਗੇ। ਕਾਰਪੋਰੇਟ ਘਰਾਣਿਆਂ ਨੇ ਤੇ ਉਹ 2-2 ਰੁਪਏ ਦੀ ਦਵਾਈ ਲੱਖਾਂ ਰੁਪਏ 'ਚ ਵੇਚਣੀ ਆ। ਉਹਨਾਂ ਦੇ ਹੱਥਾਂ 'ਚ ਖਿਡੌਣੇ ਨਾ ਬਣੋ। ਸਾਡਾ ਤਾਂ ਬਸ ਇੰਨਾ, ਮੇਰਾ ਤਾਂ ਇੰਨਾ ਹੀ ਮੈਸੇਜ ਜੀ। ਸੋ ਉਹਨਾਂ ਦੇ ਹੱਥਾਂ ਦੇ ਖਿਡੌਣੇ ਨਾ ਬਣੋ, ਕਾਰਪੋਰੇਟ ਦੇ ਹੱਥਾਂ ਦੇ ਵਿੱਚ ਨਾ ਵਿਕੋ। ਸਰਕਾਰਾਂ ਦੇ ਲਈ ਇਹ ਇੱਕ ਜਿਹੜਾ ਇਹਨਾਂ ਦਾ ਦੁੱਖ ਦਰਦ ਹੈ, ਇਲਤਜਾ ਹੈ। ਸੋ ਉਮੀਦ ਕਰਦੇ ਹਾਂ ਕਿ ਇਹ ਆਵਾਜ਼ ਜਿਹੜੀ ਆ ਜਿੱਥੇ ਪਹੁੰਚਣੀ ਚਾਹੀਦੀ ਹੈ ਉੱਥੇ ਪਹੁੰਚੇਗੀ ਤੇ ਲੋਕਾਂ ਨੂੰ ਸਸਤੀਆਂ ਦਵਾਈਆਂ ਮਿਲਣ ਦਾ ਜਿਹੜਾ ਰਾਹ ਖੁੱਲੇਗਾ ਤੇ ਜਿਹੜੇ ਖੋਜ ਕਰ ਰਹੇ ਨੇ ਉਹਨਾਂ ਨੂੰ ਖੋਜ ਕਰਨ ਦੀ ਜਿਹੜੀ ਆਜ਼ਾਦੀ ਹੈ ਉਹ ਮਿਲੇਗੀ। ਸੋ ਫਿਲਹਾਲ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈ ਰਹੇ ਹਾਂ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਖਾਸ ਵਿਸ਼ੇ ਦੇ ਉੱਤੇ, ਕਿਸੇ ਗੰਭੀਰ ਵਿਸ਼ੇ ਦੇ ਉੱਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।